हाँ जी बेटे, गुड इवनिंग सारे स्टूडेंट्स ਨੂੰ। ਬੱਚੇ ਅਸੀਂ ਲੈਸਨ ਕਰ ਰਹੇ ਹਾਂ ਗਲੋਬਲਾਈਜੇਸ਼ਨ, ਇੰਡੀਆ ਐਂਡ ਗਲੋਬਲਾਈਜੇਸ਼ਨ। ਇਹਨੂੰ ਆਪਾਂ ਪੰਜਾਬੀ ਚ ਵਿਸ਼ਵੀਕਰਨ, ਭਾਰਤ ਅਤੇ ਵਿਸ਼ਵੀਕਰਨ ਕਹਿੰਦੇ ਆ। ਠੀਕ ਹੈ, ਵਿਸ਼ਵੀਕਰਨ ਦੇ ਸੰਬੰਧ ਦੇ ਵਿੱਚ ਤੁਹਾਡਾ ਪਹਿਲਾ ਲੈਕਚਰ ਜਿਹੜਾ ਮੈਂ ਲਿਆ ਸੀ ਉਹ ਮੈਂ YouTube ਦੇ ਉੱਤੇ ਪਾ ਦਿੱਤਾ ਹੈ, ਪਹਿਲੀ ਕਲਾਸ। ਸੋ ਦੂਸਰੀ ਕਲਾਸ ਦੀ ਰਿਕਾਰਡਿੰਗ ਨਹੀਂ ਹੋ ਸਕੀ ਸੀ, ਇਸ ਕਰਕੇ ਮੈਂ ਉਹ ਅੱਜ ਹੁਣ ਤੁਹਾਨੂੰ ਥੋੜਾ ਜਿਹਾ ਰਿਵਾਈਜ਼ ਵੀ ਕਰਾ ਦਿੰਨੀ ਆ। ਥੋੜੇ ਜਿਹੇ ਜਿਹੜੇ ਬੱਚੇ ਨਵੇਂ ਆ ਉਹ ਰਿਵਾਈਜ਼ ਕਰ ਲੈਣ, ਉਹ ਲਿਖ ਲੈਣਗੇ, ਤੇ ਜਿਹੜੇ ਪੁਰਾਣੇ ਬੱਚੇ ਆ ਆਪਣੇ ਮੇਰੇ ਕਲਾਸ ਵਾਲੇ ਉਹ ਆਪਣਾ ਰਿਵਾਈਜ਼ ਕਰ ਲੈਣਗੇ। ਸੋ ਬੱਚੇ ਆਪਾਂ ਨੇ ਕੀਤਾ ਸੀ ਵਿਸ਼ਵੀਕਰਨ ਜਾਂ ਗਲੋਬਲਾਈਜੇਸ਼ਨ। ਤਾਂ ਗਲੋਬਲਾਈਜੇਸ਼ਨ ਦਾ ਜੇ ਤੁਹਾਨੂੰ ਅਰਥ ਆ ਜਾਏ ਕਿ ਵਟ ਇਜ਼ ਦਾ ਮੀਨਿੰਗ ਆਫ ਗਲੋਬਲਾਈਜੇਸ਼ਨ ਜਾਂ ਵਿਸ਼ਵੀਕਰਨ ਦਾ ਅਰਥ ਕੀ ਹੈ, ਤਾਂ ਅਰਥ ਦੇ ਵਿੱਚ ਤੁਸੀਂ ਇਹੀ ਦੱਸਣਾ ਹੈ ਕਿ ਵਿਸ਼ਵ ਦਾ ਇੱਕ ਮੰਡੀ ਦਾ ਰੂਪ ਧਾਰਨ ਕਰ ਲੈਣਾ, ਵਿਸ਼ਵ ਨੂੰ ਇੱਕ ਪਿੰਡ ਦਾ ਰੂਪ ਧਾਰਨ ਕਰ ਲੈਣਾ, ਵਿਸ਼ਵ ਦੀ ਅਰਥ ਵਿਵਸਥਾ ਦਾ ਇੱਕ ਦੂਜੇ ਦੇ ਨਾਲ ਮਿਕਸ ਹੋ ਜਾਣਾ, ਦੇਸ਼ਾਂ ਦੀਆਂ ਅਰਥ ਵਿਵਸਥਾਵਾਂ ਦਾ ਇੱਕ ਦੂਜੇ ਵਿੱਚ ਮਿਕਸ ਹੋ ਜਾਣਾ। ਠੀਕ ਹੈ, ਵਿਸ਼ਵ ਦਾ ਇੱਕ ਪਿੰਡ ਦਾ ਰੂਪ ਧਾਰਨ ਕਰ ਲੈਣਾ। ਪਿੰਡ ਆਪਾਂ ਕਿਉਂ ਕਹਿ ਰਹੇ ਹਾਂ, ਇੱਕ ਦੂਜੇ ਦੇ ਦੇਸ਼ ਕੀ ਆ ਗਏ, ਨੇੜੇ ਆ ਗਏ। ਠੀਕ ਹੈ, ਜਾਂ ਅਸੀਂ ਕਹਿ ਸਕਦੇ ਹਾਂ ਵਿਸ਼ਵ ਇੱਕ ਮੰਡੀ ਬਣ ਗਈ ਹੈ। ਜਿੱਦਾਂ ਮੰਡੀ ਉਹ ਜਗ੍ਹਾ ਹੁੰਦੀ ਹੈ ਜਿੱਥੇ ਕੋਈ ਖਰੀਦਣ ਵਾਲੇ ਅਤੇ ਵੇਚਣ ਵਾਲੇ ਹੋਣ। ਹੁਣ ਜੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਮੰਡੀ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਕਿ ਆਪਾਂ ਇੰਡੀਆ ਵਿੱਚ, ਆਪਾਂ ਮੰਨ ਲਓ ਮੈਂ ਇੱਥੇ ਬੈਠੀ ਹਾਂ, ਬੈਠੇ ਬੈਠੇ ਮੈਨੂੰ ਕੋਈ ਚੀਜ਼ ਆਨਲਾਈਨ ਪਸੰਦ ਆ ਗਈ, ਚਾਹੇ ਉਹ ਅਮਰੀਕਾ ਦੇ ਵਿੱਚ ਹੈ, ਚਾਹੇ ਇੰਗਲੈਂਡ ਵਿੱਚ ਹੈ, ਚਾਹੇ ਜਾਪਾਨ ਵਿੱਚ ਹੈ, ਮੈਂ ਉਹਨੂੰ ਆਨਲਾਈਨ ਆਰਡਰ ਕਰਕੇ ਮੰਗਵਾ ਸਕਦੀ ਹਾਂ। ਸੋ ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਅੱਜ ਸੰਸਾਰ ਇੱਕ ਮੰਡੀ ਦਾ ਰੂਪ ਧਾਰਨ ਕਰ ਗਿਆ ਹੈ। ਇਹ ਵੀ ਵਿਸ਼ਵੀਕਰਨ ਦੇ ਅਰਥ ਦੇ ਵਿੱਚ ਆਏਗਾ। ਉਸ ਤੋਂ ਇਲਾਵਾ ਤੁਸੀਂ ਲਿਖ ਸਕਦੇ ਹੋ ਕਿ ਦੇਸ਼ਾਂ ਦੇ ਵਿੱਚ ਆਯਾਤ ਅਤੇ ਨਿਰਯਾਤ, ਇੰਪੋਰਟ ਐਂਡ ਐਕਸਪੋਰਟ ਦੇ ਵਿੱਚ ਜਿਹੜੀਆਂ ਬੰਦਿਸ਼ਾਂ ਸੀ ਉਹ ਖਤਮ ਕਰ ਦਿੱਤੀਆਂ ਗਈਆਂ ਨੇ। ਮਤਲਬ ਜੇ ਕੋਈ ਦੇਸ਼ ਸਮਾਨ ਮੰਗਾਉਣ ਦੇ ਉੱਤੇ ਵੀ ਟੈਕਸ ਲਾਵੇ, ਸਮਾਨ ਭੇਜਣ ਤੇ ਵੀ ਟੈਕਸ ਲਾਵੇ, ਤਾਂ ਉਹਦੇ ਨਾਲ ਕੀ ਹੋਏਗਾ, ਟੈਕਸ ਲੱਗਣ ਦੇ ਨਾਲ ਚੀਜ਼ ਦੀ ਕੀਮਤ ਵੱਧ ਜਾਏਗੀ। ਬਟ ਦੇਸ਼ਾਂ ਨੇ ਕੀ ਕੀਤਾ ਹੈ ਕਿ ਵਪਾਰ ਨੂੰ, ਅੰਤਰਰਾਸ਼ਟਰੀ ਵਪਾਰ ਨੂੰ ਵਧਾਉਣ ਦੇ ਲਈ ਇਹ ਕੀਤਾ ਹੈ ਕਿ ਆਯਾਤ ਅਤੇ ਨਿਰਯਾਤ ਕਰਨ ਦਾ ਕੰਮ ਸੌਖਾ ਕਰ ਦਿੱਤਾ ਹੈ। ਉਹਦੇ ਉੱਤੇ ਟੈਕਸਿਸ ਜਿਹੜੇ ਆ ਉਹ ਘਟਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਸੀ ਕਿ ਵਿਸ਼ਵੀਕਰਨ ਦੇ ਵਿੱਚ ਕੀ ਹੈ ਕਿ ਇੱਕ ਦੇਸ਼ ਦੇ ਮਜ਼ਦੂਰ, ਇੱਕ ਦੇਸ਼ ਦੇ ਉਦਮੀ ਜਿਹੜੇ ਨੇ ਉਹ ਦੂਸਰੇ ਦੇਸ਼ ਵਿੱਚ ਜਾ ਕੇ ਕੰਮ ਕਰ ਸਕਦੇ ਆ। ਸਾਡੇ ਇੰਜੀਨੀਅਰ, ਸਾਡੇ ਡਾਕਟਰਸ ਇੰਗਲੈਂਡ ਵਿੱਚ ਨੇ, ਕੈਨੇਡਾ ਵਿੱਚ ਹੈ, ਅਮਰੀਕਾ ਵਿੱਚ ਹੈ, ਜਰਮਨੀ ਵਿੱਚ ਹੈ, ਉਹਨਾਂ ਦੇ ਬੰਦੇ ਸਾਡੇ ਆ ਸਕਦੇ ਆ। ਕੋਈ ਇੱਥੋਂ ਪੜ੍ਹਨ ਕੈਨੇਡਾ ਜਾ ਸਕਦਾ ਹੈ, ਕੋਈ ਇੱਥੋਂ ਪੜ੍ਹਨ ਆਸਟ੍ਰੇਲੀਆ ਜਾ ਸਕਦਾ ਹੈ, ਕੋਈ ਇੱਥੇ ਬੈਠੇ ਬੈਠੇ ਆਸਟ੍ਰੇਲੀਆ ਦੀ ਕੰਪਨੀ ਦਾ ਕੰਮ ਕਰ ਰਿਹਾ ਹੈ, ਕੋਈ ਅਮਰੀਕਾ ਦੀ ਫਰਮ ਦੇ ਨਾਲ ਕੰਮ ਕਰ ਰਿਹਾ, ਕੋਈ ਕੈਨੇਡਾ ਨਾਲ ਕਰ ਰਿਹਾ। ਕੀ ਮਤਲਬ ਕਿ ਸਾਡੇ ਜਿਹੜੇ ਬੰਦੇ ਦਾ ਕੰਮ ਕਰਨ ਦਾ ਜੋ ਪੱਧਰ ਹੈ, ਇਹ ਨਹੀਂ ਕਿ ਬੰਦੇ ਨੇ ਆਪਣੇ ਪਿੰਡ 'ਚ ਕੰਮ ਕਰਨਾ ਹੈ ਜਾਂ ਆਪਣੇ ਸ਼ਹਿਰ 'ਚ ਕੰਮ ਕਰਨਾ ਹੈ ਜਾਂ ਆਪਣੇ ਦੇਸ਼ 'ਚ ਕੰਮ ਕਰਨਾ। ਕੰਮ ਕਰਨ ਦਾ ਜਿਹੜਾ ਪੱਧਰ ਹੈ ਉਹ ਵੀ ਕਾਫੀ ਉੱਚਾ ਚਲਾ ਗਿਆ ਹੈ। ਮਤਲਬ ਅਸੀਂ ਇੱਕ ਦੇਸ਼ ਤੋਂ ਦੂਜੇ ਦੇਸ਼ 'ਚ ਆ ਸਕਦੇ ਹਾਂ, ਈਜ਼ੀਲੀ ਜਾ ਸਕਦੇ ਹਾਂ, ਪੜ੍ਹਨ ਜਾ ਸਕਦੇ ਹਾਂ, ਨੌਕਰੀ ਕਰ ਸਕਦੇ ਹਾਂ, ਇੱਥੋਂ ਤੱਕ ਕਿ ਆਪਣੇ ਦੇਸ਼ ਵਿੱਚ ਬੈਠੇ ਬੈਠੇ ਅਸੀਂ ਆਨਲਾਈਨ ਦੂਜੇ ਦੇਸ਼ਾਂ ਦਾ ਕੰਮ ਵੀ ਕਰ ਸਕਦੇ ਹਾਂ। ਜਿਵੇਂ ਕਿ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਨੌਲੇਜ ਤੁਹਾਨੂੰ ਹੈ ਕਾਲ ਸੈਂਟਰਸ ਨੇ। ਹੁਣ ਕਾਲ ਸੈਂਟਰਸ ਦੇ ਵਿੱਚ ਕੀ ਹੈ, ਤੁਸੀਂ ਦੇਖੋ ਕਿੰਨੇ ਕਿੰਨੇ ਦੇਸ਼ਾਂ ਦੇ ਲੋਕ ਇਕੱਠੇ ਕੰਮ ਕਰਦੇ ਨੇ। ਸੋ ਇਹ ਵੀ ਵਿਸ਼ਵੀਕਰਨ ਦੇ ਵਿੱਚ ਆਉਂਦਾ। ਇਸ ਤੋਂ ਇਲਾਵਾ ਆਏਗਾ ਕਿ ਲਾਇਸੈਂਸ ਪ੍ਰਣਾਲੀ ਦਾ ਖਾਤਮਾ। ਇਹ ਜਿਵੇਂ ਇੱਕ ਚੀਜ਼ ਨੂੰ ਬਣਾਉਣ ਦੇ ਲਈ ਲਾਇਸੈਂਸ ਹੁੰਦਾ ਹੈ, ਗਵਰਨਮੈਂਟ ਲਾਇਸੈਂਸ ਦਿੰਦੀ ਹੈ ਔਰ ਲਾਇਸੈਂਸ ਦੇ ਉੱਤੇ ਫੀਸ ਲੱਗਦੀ ਹੈ। ਮੰਨ ਲਓ ਮੈਂ ਕੋਈ ਇੰਡਸਟਰੀ ਲਾਉਣਾ ਚਾਹੁੰਦੀ ਹਾਂ, ਮੈਂ ਕੋਈ ਉਦਯੋਗ ਲਾਉਣਾ ਚਾਹੁੰਦੀ ਹਾਂ, ਤਾਂ ਉਹਦੇ ਲਈ ਮੈਨੂੰ ਗਵਰਨਮੈਂਟ ਤੋਂ ਕੀ ਚਾਹੀਦਾ ਹੋਏਗਾ, ਲਾਇਸੈਂਸ। ਲਾਇਸੈਂਸ ਦੇਣ ਦੇ ਲਈ ਗਵਰਨਮੈਂਟ ਮੇਰੇ ਤੋਂ ਇੱਕ ਫੀਸ ਲਏਗੀ। ਸੋ ਹੁਣ ਇਹ ਵੀ ਗਵਰਨਮੈਂਟ ਨੇ ਕੀਤਾ ਹੈ ਕਿ ਮੈਕਸਿਮਮ ਲੋਕਾਂ ਨੂੰ ਲਾਇਸੈਂਸ ਦਿੱਤੇ ਜਾਣ, ਦੇਸ਼ਾਂ ਨੂੰ, ਦੇਸ਼ਾਂ ਦੇ ਵਿੱਚ ਵਿਦੇਸ਼ੀ ਕੰਪਨੀਆਂ ਆਉਣ, ਉਹ ਆ ਕੇ ਸਾਡੇ ਇੱਥੇ ਪ੍ਰੋਡਕਸ਼ਨ ਕਰਨ, ਤੇ ਲਾਇਸੈਂਸ ਫੀਸ ਨੂੰ ਵੀ ਕਾਫੀ ਹੱਦ ਤੱਕ ਘਟਾ ਦਿੱਤਾ ਗਿਆ ਹੈ। ਸੋ ਜੇ ਵਿਸ਼ਵੀਕਰਨ ਦਾ ਅਰਥ ਪੁੱਛਿਆ ਜਾਵੇ, ਇਟ ਡਜ਼ਨਟ ਮੀਨ ਤੁਸੀਂ ਡਰ ਨਹੀਂ ਜਾਣਾ ਵੀ ਸਾਨੂੰ ਕੀ ਪੁੱਛ ਰਿਹਾ ਹੈ। ਵਿਸ਼ਵੀਕਰਨ ਦਾ ਅਰਥ ਹੈ ਬਹੁਤ ਜ਼ਿਆਦਾ, ਜਿਹੜੇ ਮੈਂ ਪਹਿਲੇ 3 ਵਰਡ ਦੱਸੇ ਸੀ, ਵਿਸ਼ਵੀਕਰਨ, ਉਦਾਰੀਕਰਨ, ਤੇ ਤੀਸਰਾ ਮੈਂ ਦੱਸਿਆ ਸੀ, ਕਿਹੜਾ ਦੱਸਿਆ ਸੀ, ਪ੍ਰਾਈਵੇਟਾਈਜੇਸ਼ਨ, ਨਿੱਜੀਕਰਨ। ਠੀਕ ਹੈ, ਇਹ ਤਿੰਨਾਂ ਦਾ ਮਤਲਬ ਹੈ ਕਿ ਆਰਥਿਕ ਖੇਤਰ ਵਿੱਚ, ਆਰਥਿਕ ਖੇਤਰ ਮੈਨੇ ਧਨ ਦਾ ਖੇਤਰ, ਜਦੋਂ ਵਰਡ ਆਰਥਿਕ ਆਉਂਦਾ, ਇਕਨੋਮਿਕ ਫੀਲਡ ਆਉਂਦਾ, ਤਾਂ ਉਹ ਕੀ ਹੈ, ਸਾਡੇ ਪੈਸੇ ਨਾਲ ਸੰਬੰਧਿਤ ਹੁੰਦਾ। ਸੋ ਆਰਥਿਕ ਖੇਤਰ ਦੇ ਵਿੱਚ ਪੂਰਾ ਦਾ ਪੂਰੀ ਬੰਦੇ ਨੂੰ ਆਜ਼ਾਦੀ ਦੇਣੀ, ਕੰਪਨੀਆਂ ਨੂੰ ਆਜ਼ਾਦੀ ਦੇਣੀ, ਦੂਜੇ ਦੇਸ਼ਾਂ ਦੀਆਂ ਕੰਪਨੀਆਂ ਦਾ ਸਾਡੇ ਦੇਸ਼ ਵਿੱਚ ਆਉਣਾ, ਸਾਡੇ ਦੇਸ਼ ਦੀਆਂ ਕੰਪਨੀਆਂ ਦਾ ਦੂਜੇ ਦੇਸ਼ਾਂ ਨਾਲ ਵਪਾਰ ਕਰਨਾ, ਇਹ ਲਾਇਸੈਂਸ ਫੀਸ ਦਾ ਘਟਣਾ, ਆਯਾਤ ਨਿਰਯਾਤ ਦਾ ਵਧਣਾ, ਉਹਨਾਂ ਦੇ ਮਜ਼ਦੂਰ ਮਤਲਬ ਇੰਜੀਨੀਅਰ, ਡਾਕਟਰਸ, ਉਹਨਾਂ ਦਾ ਸਾਡੇ ਦੇਸ਼ਾਂ 'ਚ ਆ ਕੇ ਕੰਮ ਕਰਨਾ, ਸਾਡੇ ਇੰਜੀਨੀਅਰਸ ਦਾ, ਸਾਡੇ ਡਾਕਟਰਸ ਦਾ, ਸਾਡੇ ਬੁੱਧੀਜੀਵੀਆਂ ਦਾ, ਸਾਡੇ ਸਕਾਲਰਸ ਦਾ
ਦੂਸਰੇ ਦੇਸ਼ਾਂ 'ਚ ਜਾ ਕੇ ਕੰਮ ਕਰਨਾ। ਸੋ ਇਹ ਸਾਰਾ ਜਿਹੜਾ ਹੁਣ ਲਾਈਕ ਹੁਣ ਦੇਖੋ ਤੁਹਾਡੇ ਸਾਹਮਣੇ ਹੈ, ਆਪਾਂ YouTube ਦੇ ਤਾਂ ਆਪਾਂ ਕਲਾਸ ਲਾ ਰਹੇ ਹਾਂ, ਸਾਡੇ ਲਈ ਇਹ ਰਿਸਟ੍ਰਿਕਸ਼ਨ ਨਹੀਂ ਰਹੀ ਕਿ ਸਾਡੇ ਹੀ ਬੱਚੇ ਲਗਾ ਸਕਦੇ ਆ, ਕੋਈ ਵੀ ਬੰਦਾ ਇਸ ਕਲਾਸ ਨੂੰ ਲਗਾ ਸਕਦਾ ਹੈ। ਉਸ ਤੋਂ ਇਲਾਵਾ ਜਦੋਂ ਅਸੀਂ YouTube ਦੇ ਉੱਤੇ ਪਾਤਾ ਤਾਂ ਮੈਂ ਆਲ ਓਵਰ ਦਾ ਵਰਲਡ ਜਿਹੜਾ ਬੰਦਾ ਦੇਖਣਾ ਚਾਹੁੰਦਾ ਹੈ ਉਹ ਦੇਖ ਕੇ ਨੌਲੇਜ ਲੈ ਸਕਦਾ ਹੈ। ਸੋ ਆਨਲਾਈਨ ਇਹ ਸਾਰਾ ਕੁਝ ਜਿਹੜਾ ਹੈ ਇਹ ਕਿਹਦਾ ਰੂਪ ਹੈ, ਵਿਸ਼ਵੀਕਰਨ ਦਾ ਰੂਪ ਹੈ। ਠੀਕ ਹੈ, ਜੇ ਤੁਹਾਨੂੰ ਮੀਨਿੰਗ ਆ ਗਿਆ ਤੁਸੀਂ ਆਪ ਬਣਾ ਕੇ ਲਿਖਣਾ ਹੈ। ਜੋ ਕੁਝ ਸਾਰੇ ਲੈਸਨ ਦੇ ਵਿੱਚ ਆਏਗਾ ਜੇ ਤੁਸੀਂ ਉਹੀ ਗੱਲਾਂ ਵੀ ਲਿਖ ਦੋਗੇ। ਦੇਖੋ ਬੇਟੇ ਪਹਿਲਾਂ ਤੁਹਾਡੇ ਪੇਪਰ ਜਿਹੜੇ ਸੀ ਉਹ ਮਲਟੀਪਲ ਚੁਆਇਸ ਦੇ ਸੀਗੇ, 4 ਆਪਸ਼ਨ ਦਿੱਤੀਆਂ ਸੀ, ਤੁਸੀਂ ਇੱਕ ਨੂੰ ਟਿਕ ਕਰਨਾ ਸੀ। ਠੀਕ ਹੈ ਜੀ, ਉਹ ਤੁਸੀਂ ਦੇਖ ਕੇ ਵੀ ਕਰ ਲਿਆ। ਠੀਕ ਹੈ, ਇੱਕ ਦੂਜੇ ਤੋਂ ਪੁੱਛ ਕੇ ਵੀ ਕਰ ਲਿਆ। ਠੀਕ, ਹੁਣ ਜਿਹੜਾ ਪੇਪਰ ਤੁਹਾਡਾ ਹੈ ਉਹ ਪੇਪਰ ਹੈ ਜਾਂ ਤਾਂ ਤੁਹਾਨੂੰ ਆਨਸਰ 2 ਨੰਬਰ 'ਚ ਲਿਖਣਾ ਆਣਾ ਜਾਂ 4 'ਚ ਜਾਂ 6 'ਚ। ਉੱਥੇ ਤੁਹਾਨੂੰ ਲਿਖੇ ਦੇ ਹੀ ਨੰਬਰ ਮਿਲਣੇ ਆ। ਜੇ ਤੁਸੀਂ ਲਿਖੋਗੇ ਤਾਂ ਮਾਰਕਸ ਮਿਲਣੇ ਆ, ਜੇ ਤੁਸੀਂ ਨਹੀਂ ਲਿਖੋਗੇ ਤਾਂ ਤੁਹਾਨੂੰ ਕੋਈ ਮਾਰਕਸ ਨਹੀਂ ਮਿਲਣੇ। ਠੀਕ ਹੈ, ਇਸ ਕਰਕੇ ਹਰੇਕ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਉਹਦੇ ਵਿੱਚ ਤੁਸੀਂ ਕੁਝ ਮਤਲਬ ਨਾਲ ਮਿਲਦਾ ਜੁਲਦਾ ਵੀ ਲਿਖਤਾ ਤਾਂ ਵੀ ਤੁਹਾਨੂੰ ਅਗਲਾ ਬੰਦਾ ਮਾਰਕਸ ਜ਼ਰੂਰ ਦੇ ਦੇਗਾ, ਨਾ ਕਿ ਉਹ ਟੀਚਰਸ ਦੇ ਦਿੰਦੇ ਆ। ਮੰਨ ਲਓ ਤੁਹਾਨੂੰ ਅੱਜ ਵੀ ਵਿਸ਼ਵੀਕਰਨ ਤੋਂ ਕੀ ਭਾਵ ਹੈ, ਜੋ ਕੁਝ ਤੁਹਾਨੂੰ ਵਿਸ਼ਵੀਕਰਨ ਬਾਰੇ ਪਤਾ ਹੈ, ਗਲੋਬਲਾਈਜੇਸ਼ਨ ਬਾਰੇ ਪਤਾ ਹੈ, ਸਾਰੀਆਂ ਗੱਲਾਂ ਲਿਖ ਦਿਓ। ਠੀਕ ਹੈ, ਮੰਨ ਲਓ ਤੁਹਾਨੂੰ ਪੁੱਛਿਆ ਜਾਏ ਵਿਸ਼ਵੀਕਰਨ ਦੀਆਂ ਵਿਸ਼ੇਸ਼ਤਾਵਾਂ ਕੀ ਹੈ, ਤੁਸੀਂ ਸਾਰੀਆਂ ਗੱਲਾਂ ਲਿਖ ਦੇਣੀਆਂ ਕਿ ਵਿਸ਼ਵ ਇੱਕ ਪਿੰਡ ਦਾ ਰੂਪ ਧਾਰਨ ਕਰ ਗਿਆ ਹੈ, ਦੁਨੀਆ ਦੀ ਅਰਥ ਵਿਵਸਥਾਵਾਂ ਇੱਕ ਦੂਜੇ ਵਿੱਚ ਮਿਕਸ ਹੋ ਗਿਆ ਹੈ, ਵਿਸ਼ਵ ਇੱਕ ਮੰਡੀ ਦਾ ਰੂਪ ਧਾਰਨ ਕਰ ਗਈ ਹੈ, ਮੰਡੀ ਬਣ ਚੁੱਕੀ ਹੈ, ਵਿਸ਼ਵ ਇੱਕ ਮੰਡੀ ਬਣ ਚੁੱਕੀ ਹੈ। ਠੀਕ ਹੈ, ਇਸ ਤਰੀਕੇ ਦੇ ਨਾਲ ਆਯਾਤ ਨਿਰਯਾਤ ਉੱਤੇ ਰੋਕਾਂ ਘਟਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਲਾਇਸੈਂਸ ਪ੍ਰਣਾਲੀ ਨੂੰ ਘਟਾ ਦਿੱਤਾ ਗਿਆ ਹੈ। ਇੱਕ ਦੇਸ਼ ਦੇ ਕਾਮੇ, ਮਜ਼ਦੂਰ, ਉਦਮੀ, ਸਕਾਲਰਸ, ਬੁੱਧੀਜੀਵੀ ਦੂਸਰੇ ਦੇਸ਼ਾਂ 'ਚ ਕੰਮ ਕਰਦੇ ਨੇ। ਇਹ ਸਾਰਾ ਕੁਝ ਕੀ ਹੈ, ਵਿਸ਼ਵੀਕਰਨ। ਠੀਕ ਹੈ ਜੀ, ਉਸ ਤੋਂ ਬਾਅਦ ਹੁਣ ਸਾਡਾ ਟੌਪਿਕ ਹੈ ਭਾਰਤ ਅਤੇ ਵਿਸ਼ਵੀਕਰਨ। ਕਿ ਆਪਾਂ ਨੇ ਹੁਣ ਗੱਲ ਕਿਹਦੀ ਕਰਨੀ ਹੈ, ਇੰਡੀਆ ਦੀ, ਕਿਉਂਕਿ ਤੁਹਾਡੇ ਲੈਸਨ ਦਾ ਨਾਮ ਹੀ ਇਹ ਹੈ ਕਿ ਸੰਸਾਰ ਦੇ ਮੁੱਖ ਮੁੱਦਿਆਂ ਪ੍ਰਤੀ ਇੰਡੀਆ ਦਾ ਦ੍ਰਿਸ਼ਟੀਕੋਣ, India's approach ਜਾਂ India's attitude or approach towards the world issues। ਹਿਊਮਨ ਰਾਈਟਸ ਅਸੀਂ ਕੀਤਾ, ਹਿਊਮਨ ਰਾਈਟਸ ਪ੍ਰਤੀ ਭਾਰਤ ਦਾ ਕੀ ਦ੍ਰਿਸ਼ਟੀਕੋਣ ਸੀ। ਉਸ ਤੋਂ ਬਾਅਦ ਅਸੀਂ ਨਿਸ਼ਸਤਰੀਕਰਨ ਕੀਤਾ, ਡਿਸਆਰਮਾਮੈਂਟ ਕੀਤਾ, ਡਿਸਆਰਮਾਮੈਂਟ ਪ੍ਰਤੀ ਭਾਰਤ ਕੀ ਸੋਚਦਾ ਹੈ। ਭਾਰਤ ਕਿਉਂਕਿ ਅਸੀਂ ਭਾਰਤ ਵਿੱਚ ਜਾਂਦੇ ਹਾਂ, ਇਸ ਕਰਕੇ ਜਿਵੇਂ ਉਹ ਗਾਣਾ ਹੁੰਦਾ ਸੀਗਾ, ਭਾਰਤ ਕਾ ਰਹਿਣੇ ਵਾਲਾ ਹੂੰ, ਭਾਰਤ ਕੀ ਬਾਤ ਸੁਣਾਤਾ ਹੂੰ। ਤਾਂ ਜਦੋਂ ਅਸੀਂ ਕੋਈ ਟੌਪਿਕ ਕਰ ਰਹੇ ਹਾਂ ਤਾਂ ਉਹਨੂੰ ਅਸੀਂ ਆਪਣੇ ਦੇਸ਼ ਨਾਲ ਲਾਣਾ ਵੀ ਦੁਨੀਆ ਵਿੱਚ ਇਹ ਹੋ ਰਿਹਾ ਹੈ, ਪਰ ਇਸ ਚੀਜ਼ ਦਾ ਸਾਡੇ ਭਾਰਤ ਦੇ ਨਾਲ ਕੀ ਸੰਬੰਧ ਹੈ। ਠੀਕ, ਹੁਣ ਜੇ ਭਾਰਤ ਦੀ ਗੱਲ ਕਰੀਏ, ਰਾਈਟਸ ਵਾਲਾ ਦੱਸਿਓ। ਕੀ ਕਿਹਾ ਬੇਟਾ ਤੁਸੀਂ? ਹਿਊਮਨ ਰਾਈਟਸ ਵਾਲਾ ਦੱਸਿਓ। ਬੱਚੇ ਹਿਊਮਨ ਰਾਈਟਸ ਦਾ ਹੋਇਆ ਇਹ ਸੀਗਾ ਕਿ ਆਈ ਥਿੰਕ ਹਿਊਮਨ ਰਾਈਟਸ ਦੇ ਮੈਂ 2-3 ਕਲਾਸਿਸ ਲਈਆਂ ਸੀ, ਬਟ ਉਹ ਕਿਸੇ ਕਾਰਨ ਮੇਰੀ ਰਿਕਾਰਡਿੰਗ ਨਹੀਂ ਹੋ ਸਕੀ। ਤੁਹਾਨੂੰ ਹਿਊਮਨ ਰਾਈਟਸ ਵਾਲਾ ਪੂਰੀ 2-3 ਜਿਹੜੀਆਂ ਕਲਾਸਿਸ ਹੈ, 2 ਜਾਂ 3 ਲੈਕਚਰ ਮੈਂ ਪ੍ਰੀ ਬੋਰਡ ਕਰਕੇ ਹਾਲੇ ਡ੍ਰੌਪ ਕੀਤੇ ਹੋਏ ਸੀ, ਮੈਂ ਪਾ ਦਾਂਗੀ, ਤੁਸੀਂ ਟੈਨਸ਼ਨ ਨਹੀਂ ਕਰਨੀ। ਠੀਕ ਹੈ, ਫਿਰ ਵੀ ਜੇ ਤੁਸੀਂ ਸਾਰੇ ਬੱਚੇ ਹੈਗੇ ਹੋ, ਤੁਹਾਡਾ ਕੋਈ ਟੌਪਿਕ ਏਦਾਂ ਦਾ ਹੈ ਜਿਹੜਾ ਟੌਪਿਕ ਤੁਹਾਨੂੰ ਨਹੀਂ ਸਮਝ ਆ ਰਿਹਾ, ਉਹ ਜਾਂ ਤਾਂ ਮੇਰਾ YouTube ਤੇ ਹੈ, ਜਿਵੇਂ ਹੁਣ ਇੰਡੀਆ ਦੇ ਰਿਲੇਸ਼ਨ ਹੈ, ਮੈਂ ਉਸ ਦਿਨ ਵੀ ਦੱਸਿਆ ਸੀਗਾ ਕਿ ਇੰਡੀਆ ਪਾਕਿਸਤਾਨ, ਇੰਡੀਆ ਚਾਈਨਾ, ਇੰਡੀਆ ਅਮਰੀਕਾ, ਇੰਡੀਆ ਰਸ਼ੀਆ। ਠੀਕ ਹੈ, ਇਹ 4 ਵੱਡੇ ਟੌਪਿਕ YouTube ਦੇ ਉੱਤੇ ਮੇਰੇ ਤੁਹਾਨੂੰ ਅਵੇਲੇਬਲ ਹੋ ਜਾਣਗੇ। ਉਸ ਤੋਂ ਇਲਾਵਾ ਇੰਡੀਆ, ਸ਼੍ਰੀਲੰਕਾ, ਬੰਗਲਾਦੇਸ਼ ਐਂਡ ਨੇਪਾਲ, ਇਹ 3 ਮੇਰੇ ਲੈਕਚਰ YouTube ਤੇ ਨਹੀਂ ਹੈ। ਇਹ ਤਿੰਨੋਂ ਲੈਕਚਰਸ ਮੈਂ YouTube ਤੇ ਪਾਵਾਂਗੀ। ਤੁਹਾਡੇ ਐਗਜ਼ਾਮਸ ਤੋਂ ਪਹਿਲਾਂ ਮੈਂ YouTube ਨੂੰ ਚੈੱਕ ਕਰਕੇ ਜਿਹੜੇ ਮੇਰੇ ਚੈਪਟਰਸ YouTube ਦੇ ਉੱਤੇ ਨਹੀਂ ਹੈ ਉਹ ਬੇਟੇ ਮੈਂ ਪਾ ਦਾਂਗੀ, ਉਹ ਤੁਸੀਂ ਟੈਨਸ਼ਨ ਨਾ ਕਰੋ। ਠੀਕ ਹੈ, ਹਿਊਮਨ ਰਾਈਟਸ ਵੈਸੇ ਮੈਂ ਕਰਵਾ ਦਿੱਤਾ ਹੈ, ਬਟ ਕਿਉਂਕਿ YouTube ਤੇ ਨਹੀਂ ਪਿਆ ਹੋਇਆ, ਉਸ ਕਰਕੇ ਹਿਊਮਨ ਰਾਈਟਸ ਦੇ ਉੱਤੇ 2 ਜਾਂ 3 ਕਲਾਸਿਸ ਮੈਂ ਰਿਕਾਰਡ ਕਰਕੇ YouTube ਤੇ ਪੱਕਾ ਪਾ ਦਾਂਗੀ, ਸ਼ੋਰ ਹੈ ਇਹ। ਠੀਕ ਹੈ, ਵੈਸੇ ਮੈਂ ਕਰਵਾ ਚੁੱਕੀ ਹਾਂ। ਹੁਣ ਅੱਜ ਅਸੀਂ ਵਿਸ਼ਵੀਕਰਨ ਦੀ ਗੱਲ ਕਰ ਰਹੇ ਹਾਂ, ਹੁਣ ਆਪਾਂ ਪਹਿਲਾਂ ਇਹੀ ਚੈਪਟਰ ਕਰਾਂਗੇ। ਠੀਕ, ਜੇ ਆ ਗਿਆ ਹੁਣ ਤੁਸੀਂ ਆਪਣਾ ਹੈਡਿੰਗ ਲਿਖ ਸਕਦੇ ਹੋ, ਭਾਰਤ ਅਤੇ ਵਿਸ਼ਵੀਕਰਨ, ਇੰਡੀਆ ਐਂਡ ਗਲੋਬਲਾਈਜੇਸ਼ਨ। ਹੈਡਿੰਗ ਦੇ ਲਓ, ਇੰਡੀਆ ਐਂਡ ਗਲੋਬਲਾਈਜੇਸ਼ਨ, ਭਾਰਤ ਅਤੇ ਵਿਸ਼ਵੀਕਰਨ। ਠੀਕ ਹੈ ਜੀ, ਇਹਦੇ ਵਿੱਚ ਤੁਸੀਂ ਪਹਿਲਾ ਪੁਆਇੰਟ ਮੇਰੇ ਬੱਚਿਆਂ ਨੇ ਲਿਖਿਆ ਹੋਇਆ, ਬਾਕੀ ਬੱਚੇ ਨੋਟ ਕਰ ਲਓ, ਲਾਇਸੈਂਸ ਪ੍ਰਣਾਲੀ ਦਾ ਖਾਤਮਾ। ਕਿ ਲਾਇਸੈਂਸ ਜਿਹੜੀ ਹੈ, ਲਾਇਸੈਂਸ ਪ੍ਰਣਾਲੀ ਦਾ ਖਾਤਮਾ, ਐਬੋਲਿਊਸ਼ਨ ਆਫ ਲਾਇਸੈਂਸ ਸਿਸਟਮ। ਠੀਕ ਹੈ, ਕਿ ਚੀਜ਼ਾਂ ਦੇ ਉਦਯੋਗਾਂ ਦੇ ਉੱਤੇ ਜਿਹੜੀ ਲਾਇਸੈਂਸ ਫੀਸ ਸੀ ਉਹ ਸਰਕਾਰ ਨੇ, ਭਾਰਤ ਨੇ ਘਟਾ ਦਿੱਤੀ ਹੈ। ਕਿਉਂ ਘਟਾਈ ਹੈ? ਤਾਂ ਜੋ ਵਿਦੇਸ਼ੀ ਕੰਪਨੀਆਂ ਸਾਡੇ ਦੇਸ਼ ਵਿੱਚ ਆ ਸਕਣ ਜਾਂ ਸਾਡੇ ਦੇਸ਼ ਦੀਆਂ ਕੰਪਨੀਆਂ ਵਪਾਰ ਕਰਨ ਤਾਂ ਉਹਨਾਂ ਦੇ ਉੱਤੇ ਖਰਚਾ ਨਾ ਪਵੇ, ਉਹਨਾਂ ਨੂੰ ਲਾਇਸੈਂਸ ਫੀਸ ਨਾ ਦੇਣੀ ਪਵੇ। ਠੀਕ ਹੈ ਜੀ, ਦੂਸਰੀ ਗੱਲ ਪ੍ਰਾਈਵੇਟਾਈਜੇਸ਼ਨ, ਨਿੱਜੀਕਰਨ। ਨੰਬਰ 2 ਇਜ਼ ਪ੍ਰਾਈਵੇਟਾਈਜੇਸ਼ਨ, ਨਿੱਜੀਕਰਨ।
ਇਹ ਮੈਂ ਦੱਸਿਆ ਸੀਗਾ ਕਿ ਅੱਜ ਦ੍ਰਿਸ਼ਟੀਕੋਣ ਲੋਕਾਂ ਦਾ ਅੱਜ ਝੁਕਾਵ ਕਿੱਧਰ ਹੈ, ਸਰਕਾਰੀ ਖੇਤਰ ਵੱਲ ਨਹੀਂ ਹੈ, ਨਿੱਜੀ ਖੇਤਰ ਵੱਲ ਹੈ। ਜਿਵੇਂ ਇੱਕ ਪ੍ਰਾਈਵੇਟ ਸਕੂਲ, ਇੱਕ ਸਰਕਾਰੀ ਸਕੂਲ। ਜੇ ਕਿਸੇ ਬੰਦੇ ਕੋਲ ਪੈਸੇ ਹੁੰਦੇ ਆ, ਉਹ ਆਪਣਾ ਬੱਚੇ ਨੂੰ ਪ੍ਰਾਈਵੇਟ ਸਕੂਲ 'ਚ ਹੀ ਪਾਉਂਦਾ ਹੈ। ਮੰਨ ਲਓ ਤੁਸੀਂ ਇਲਾਜ ਕਰਾਉਣਾ ਹੈ, ਜੇ ਤੁਹਾਡੇ ਕੋਲ ਪੈਸੇ ਆ ਤਾਂ ਤੁਸੀਂ ਕੋਸ਼ਿਸ਼ ਕਰੋਗੇ ਤੁਸੀਂ ਪ੍ਰਾਈਵੇਟ ਹਸਪੀਟਲ 'ਚ ਜਾਓਗੇ। ਜੇ ਤੁਹਾਡੇ ਕੋਲ ਪੈਸੇ ਨਹੀਂ ਹੈ, ਫਿਰ ਤੁਸੀਂ ਸਰਕਾਰੀ ਹਸਪਤਾਲ ਜਾਂਦੇ ਹੋ। ਸੋ ਅੱਜ ਦੁਨੀਆ ਦਾ ਝੁਕਾਵ ਇਹ ਆ ਗਿਆ ਹੈ ਕਿ ਜਿਹੜੀ ਪ੍ਰਾਈਵੇਟ ਖੇਤਰ ਹੈ ਇਹ ਜ਼ਿਆਦਾ ਤਰੱਕੀ ਕਰ ਰਿਹਾ ਹੈ। ਸੋ ਸਰਕਾਰੀ ਸਾਡੇ ਕਾਫੀ ਜ਼ਿਆਦਾ ਸਰਕਾਰੀ ਇੰਸਟੀਟਿਊਸ਼ਨ ਜਿਹੜੀਆਂ, ਸਰਕਾਰੀ ਦਫ਼ਤਰ, ਸਰਕਾਰੀ ਬੱਸਾਂ, ਸਰਕਾਰੀ ਸਕੂਲ, ਸਰਕਾਰੀ ਕਾਲਜ, ਸਰਕਾਰੀ ਏਅਰਲਾਈਨਸ, ਇਹ ਕੀ ਹੈ, ਪ੍ਰਾਈਵੇਟ ਹੱਥਾਂ ਵਿੱਚ ਦਿੱਤੀਆਂ ਜਾ ਰਹੀਆਂ। ਠੀਕ ਹੈ, ਇਹ ਗਵਰਨਮੈਂਟ ਦੀ ਪਾਲਿਸੀ ਵੀ ਹੈ, ਅੱਗੇ ਮੈਂ ਤੁਹਾਨੂੰ ਦੱਸਾਂਗੀ ਵੀ ਇਹ ਵੀ, ਕਿ ਹੁਣ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ, ਨਿੱਜੀਕਰਨ ਜਿਹੜਾ ਹੈ ਜ਼ਿਆਦਾ ਹੋ ਰਿਹਾ ਹੈ। ਤੀਸਰੀ ਗੱਲ ਹੈ, ਨੰਬਰ 3 ਬਹੁਰਾਸ਼ਟਰੀ ਕੰਪਨੀਆਂ ਦਾ ਪ੍ਰਵੇਸ਼, ਐਂਟਰੈਂਸ ਆਫ ਮਲਟੀਨੈਸ਼ਨਲ ਕੰਪਨੀਜ਼, ਬਹੁਰਾਸ਼ਟਰੀ ਕੰਪਨੀਆਂ ਦਾ ਪ੍ਰਵੇਸ਼। ਠੀਕ ਹੈ ਜੀ, ਐਂਟਰੀ ਆਫ ਮਲਟੀਨੈਸ਼ਨਲ ਕੰਪਨੀਜ਼। ਮਲਟੀਨੈਸ਼ਨਲ ਕੰਪਨੀਜ਼ ਮੈਂ ਦੱਸਿਆ ਸੀ, ਐਸੀ ਕੰਪਨੀ ਜਿਨ੍ਹਾਂ ਦੀ ਬ੍ਰਾਂਚ ਕਿਸੇ ਇੱਕ ਦੇਸ਼ ਵਿੱਚ ਨਾ ਹੋ ਕੇ ਸੰਸਾਰ ਦੇ ਬਹੁਤ ਦੇਸ਼ਾਂ ਵਿੱਚ ਹੁੰਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਮਲਟੀਨੈਸ਼ਨਲ ਕੰਪਨੀ। ਜਿਵੇਂ ਮੈਂ ਆਪਣੇ ਕਲਾਸ ਵੀ ਐਗਜ਼ਾਮਪਲ ਦਿੱਤੀ ਸੀ ਕਿ ਕੋਕ ਹੈ, ਕੋਕ ਤੁਹਾਨੂੰ ਭਾਰਤ ਵਿੱਚ ਵੀ ਮਿਲੇਗਾ, ਮੈਨੂੰ ਲੱਗਦਾ ਸੰਸਾਰ ਦੇ ਸਾਰੇ ਦੇਸ਼ਾਂ 'ਚ ਕੋਕ ਜ਼ਰੂਰ ਮਿਲੇਗਾ। ਪੀਜ਼ਾ ਹਟ ਹੈ, ਡੋਮੀਨੋਜ਼ ਹੈ, ਤੁਹਾਡੀ ਕਈ ਤਰ੍ਹਾਂ ਦੀਆਂ ਜੀਨਸ ਨੇ, ਕਈ ਪਰਸਿਸ ਦੇ ਬ੍ਰਾਂਡ ਨੇ, ਕਈ ਅਸੀਂ ਕਹਿ ਸਕਦੇ ਹਾਂ ਸ਼ੂਜ਼ ਦੇ ਬ੍ਰਾਂਡ ਨੇ, ਕਈ ਕਾਰਾਂ ਨੇ। ਇਹ ਏਦਾਂ ਦੀਆਂ ਨੇ ਜਿਹੜੀ ਕਿ ਕਿਸੇ ਇੱਕ ਦੇਸ਼ ਵਿੱਚ ਨਹੀਂ ਮਿਲਦੀ, ਬਲਕਿ ਕਈ ਦੇਸ਼ਾਂ ਵਿੱਚ ਮਿਲਦੀਆਂ। ਸੋ ਇਹ ਜਿਹੜੀ ਕੰਪਨੀਜ਼ ਇਹ ਚੀਜ਼ਾਂ ਬਣਾਉਂਦੀਆਂ, ਦੈਟ ਇਜ਼ ਕਾਲਡ ਮਲਟੀਨੈਸ਼ਨਲ ਕੰਪਨੀਜ਼। ਤੇ ਹੁਣ ਸਾਡੇ ਭਾਰਤ ਦਾ ਐਟੀਟਿਊਡ ਕੀ ਹੈ ਕਿ ਭਾਰਤ ਇਨਵਾਈਟ ਕਰ ਰਿਹਾ ਹੈ ਕਿ ਜੇ ਕੋਈ ਕਿਸੇ ਦੇਸ਼ ਦੀ ਕੰਪਨੀ ਭਾਰਤ ਦੇ ਨਾਲ ਵਿੱਚ ਆ ਕੇ ਆਪਣਾ ਉਦਯੋਗ ਲਾਉਣਾ ਚਾਹੁੰਦੀ ਹੈ, ਭਾਰਤ ਨਾਲ ਵਪਾਰ ਕਰਨਾ ਚਾਹੁੰਦੀ ਹੈ, ਭਾਰਤ ਵਿੱਚ ਆਪਣਾ ਸਮਾਨ ਵੇਚਣਾ ਚਾਹੁੰਦੀ ਹੈ, ਤਾਂ ਭਾਰਤ ਉਹਨੂੰ ਵੈਲਕਮ ਕਰ ਰਿਹਾ ਹੈ। ਇਸ ਲਈ ਸਾਡੀ ਸਰਕਾਰ ਨੇ ਇਸ ਗੱਲ ਦੀ ਆਗਿਆ ਦਿੱਤੀ ਹੈ ਕਿ ਮਲਟੀਨੈਸ਼ਨਲ ਕੰਪਨੀਜ਼ ਜਿਹੜੀਆਂ ਨੇ ਉਹ ਸਾਡੇ ਦੇਸ਼ ਵਿੱਚ ਆ ਕੇ ਆਪਣਾ ਵਪਾਰ, ਆਪਣਾ ਉਦਯੋਗ ਚਲਾ ਸਕਦੀਆਂ ਹਨ। ਚੌਥੀ ਚੀਜ਼ ਹੈਗਾ ਆਯਾਤ ਅਤੇ ਨਿਰਯਾਤ ਤੇ ਘੱਟ ਤੋਂ ਘੱਟ ਪਾਬੰਦੀਆਂ, ਲੈਸ ਰੈਸਟ੍ਰਿਕਸ਼ਨਸ ਔਨ ਇੰਪੋਰਟ ਐਂਡ ਐਕਸਪੋਰਟ। ਠੀਕ ਹੈ, ਕਿ ਬਾਹਰੋਂ ਚੀਜ਼ਾਂ ਆਪਾਂ ਮੰਗਾਉਣੀਆਂ ਨੇ ਜਾਂ ਆਪਾਂ ਬਾਹਰ ਚੀਜ਼ ਭੇਜਣੀ ਹੈ। ਸੋ ਸਾਰੇ ਦੇਸ਼ਾਂ ਨੇ ਡਿਸਾਈਡ ਕੀਤਾ ਹੈ, WTO ਦੇ ਅੰਡਰ, ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਮੈਂ ਅੱਗੇ ਤੁਹਾਨੂੰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਉੱਤੇ ਪ੍ਰੋਪਰ ਨੋਟ ਲਿਖਾਵਾਂਗੀ ਕਿਉਂਕਿ ਪੇਪਰ ਜਾਂਦਾ ਹੈ ਇਸੇ ਕਲਾਸ ਵਿੱਚ, ਅੱਜ ਹੀ ਮੈਂ ਤੁਹਾਨੂੰ ਲਿਖਵਾਵਾਂਗੀ। ਇਸ ਟ੍ਰੇਡ ਆਰਗੇਨਾਈਜੇਸ਼ਨ ਦੇ ਅੰਡਰ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ, ਇੱਥੋਂ ਤੱਕ ਕਿ ਸਾਡੇ ਭਾਰਤ ਦੀ ਸਰਕਾਰ ਨੇ ਇਹ ਕਿਹਾ ਹੈ ਕਿ ਅਸੀਂ ਕੀ ਕਰਾਂਗੇ, ਅਸੀਂ ਆਯਾਤ ਅਤੇ ਨਿਰਯਾਤ ਦੇ ਉੱਤੇ ਪਾਬੰਦੀਆਂ ਘਟਾਵਾਂਗੇ, ਟੈਕਸਿਸ ਘਟਾਵਾਂਗੇ। ਕਿਉਂ? ਕਿਉਂਕਿ ਜੇ ਅਸੀਂ ਕੋਈ ਚੀਜ਼ ਸਮਾਨ ਮੰਗਵਾ ਰਹੇ ਹਾਂ ਜਾਂ ਭੇਜ ਰਹੇ ਹਾਂ, ਜੇ ਉਹਦੇ ਤੇ ਟੈਕਸ ਹੋਏਗਾ ਤਾਂ ਉਹਦੀ ਕੀਮਤ ਵੱਧ ਜਾਏਗੀ, ਮਹਿੰਗਾ ਹੋ ਜਾਏਗਾ। ਜੇ ਉਹਦੇ ਤੇ ਟੈਕਸ ਨਹੀਂ ਹੋਏਗਾ ਤਾਂ ਉਹਦੀ ਕੀਮਤ ਘੱਟ ਹੋ ਜਾਏਗੀ, ਉਹ ਸਸਤਾ ਹੋ ਜਾਏਗਾ, ਉਹਦੀ ਖਰੀਦਦਾਰੀ ਜ਼ਿਆਦਾ ਹੋਏਗੀ। ਸੋ ਵਪਾਰ ਨੂੰ ਵਧਾਉਣ ਦੇ ਲਈ ਆਯਾਤ ਅਤੇ ਨਿਰਯਾਤ ਉੱਤੇ ਪਾਬੰਦੀਆਂ ਨੂੰ ਘਟਾਇਆ ਜਾ ਰਿਹਾ ਹੈ। ਠੀਕ ਹੈ, ਤੁਹਾਡੇ ਕੋਲ ਬੁੱਕਸ ਹੈ, ਤੁਸੀਂ ਬੁੱਕਸ ਵਿੱਚੋਂ ਵੀ ਪੜ੍ਹਨਾ ਹੈ ਜੋ ਮੈਂ ਲਿਖਾ ਰਹੀ ਹਾਂ। ਉਸ ਤੋਂ ਅੱਗੇ ਬੱਚੇ ਤੁਸੀਂ ਨੋਟ ਕਰੋ, ਸਾਰੇ ਬੱਚੇ, ਇੱਥੇ ਤੱਕ ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਕਰਵਾ ਵੀ ਦਿੱਤਾ ਸੀ, ਅੱਗੇ ਸਾਰੇ ਨੋਟ ਕਰੋ। ਵਿਦੇਸ਼ੀ ਭਾਰਤੀ ਜਾਂ ਪ੍ਰਵਾਸੀ ਭਾਰਤੀਆਂ ਦਾ ਪ੍ਰਵੇਸ਼, ਪ੍ਰਵਾਸੀ ਭਾਰਤੀਆਂ ਦਾ ਲਈ ਵਿਸ਼ੇਸ਼ ਸਹੂਲਤਾਵਾਂ ਲਿਖ ਲਓ, ਸਪੈਸ਼ਲ ਪ੍ਰਿਵਿਲੇजेस ਜਾਂ ਸਪੈਸ਼ਲ ਫੈਸਿਲਿਟੀਜ਼ ਫॉर NRIs। ਬੜੀ ਵਾਰੀ ਤੁਸੀਂ ਇਹ ਵਰਡ ਸੁਣਿਆ ਹੈ, NRI, ਨॉन रेजिडेंट इंडियंस। पहला इन्हें ठीक करके लिखो, बड़ी जनरल नॉलेज वाली गल है बेटे। प्रवासी भारतीयों ਲਈ विशेष सहूलतावां, स्पेशल फैसिलिटीज फॉर NRI, नॉन रेजिडेंट इंडियंस। ਹੁਣ ਦੇਖੋ ਇਹਦਾ ਪ੍ਰਵਾਸੀ ਭਾਰਤੀ ਕਿਹੜੇ ਹੈ, ਜਿਹੜੇ ਹੈ ਤਾਂ ਭਾਰਤ ਦੇ ਪਰ ਦੂਜੇ ਦੇਸ਼ਾਂ 'ਚ ਰਹਿ ਰਹੇ ਆ, ਔਰ ਤਕਰੀਬਨ 3 ਕਰੋੜ ਬੰਦਾ ਭਾਰਤ ਦਾ ਕੈਨੇਡਾ 'ਚ ਬੈਠਾ ਹੈ, ਅਮਰੀਕਾ 'ਚ ਬੈਠਾ ਹੈ, ਜਰਮਨੀ ਬੈਠਾ ਹੈ, ਫਰਾਂਸ ਬੈਠਾ ਹੈ, ਇੰਗਲੈਂਡ ਬੈਠਾ ਹੈ, ਸਪੇਨ ਬੈਠਾ ਹੈ। ਔਰ ਤੁਹਾਨੂੰ ਹੁਣ ਆਪਾਂ ਨੂੰ ਸਭ ਨੂੰ ਪਤਾ ਹੈ, ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਮੈਨੂੰ ਲੱਗਦਾ ਪੰਜਾਬ ਦਾ ਐਸਾ ਹੁਣ ਕੋਈ ਘਰ ਨਹੀਂ ਹੈ ਜਿਹਦਾ ਕੋਈ ਨਾ ਕੋਈ ਬੰਦਾ ਫੋਰਨ ਨਹੀਂ ਬੈਠਾ, ਸਭ ਦੇ ਬੈਠੇ। ਉਹ ਜਿਹੜੇ ਬੰਦੇ ਹੈ ਉਹ ਬੈਠੇ, ਚਾਹੇ ਉਹ ਕੈਨੇਡਾ 'ਚ ਬੈਠੇ ਆ, ਚਾਹੇ ਇੰਗਲੈਂਡ 'ਚ ਬੈਠੇ ਆ, ਚਾਹੇ ਸਪੇਨ 'ਚ ਬੈਠੇ ਆ, ਚਾਹੇ ਕਿਤੇ ਵੀ ਬੈਠੇ ਆ, ਅਸਲ 'ਚ ਕੀ ਹੈ, ਉਹ ਭਾਰਤੀ ਹੈ। ਹੁਣ ਉੱਥੇ ਉਹਨਾਂ ਨੂੰ ਰਹਿੰਦੇ ਆ ਕਾਫੀ ਸਮਾਂ ਹੋ ਗਿਆ, ਉੱਥੋਂ ਦੇ ਉਹ PR ਵੀ ਹੈ, PR ਮੀਨਸ ਪਰਮਾਨੈਂਟ ਰੈਜ਼ੀਡੈਂਟ ਵੀ ਬਣ ਗਏ। ਪਰ ਚਾਹੇ ਅੱਜ ਮੰਨ ਲਓ ਤੁਸੀਂ ਹੋ, ਠੀਕ ਹੈ, ਹੁਣ ਮੈਂ ਤਾਂ ਵੱਡੀ ਹੋ ਗਈ, ਮੈਂ ਤਾਂ ਕਿਤੇ ਜਾਣਾ ਨਹੀਂ, ਠੀਕ ਹੈ,
ਮੰਨ ਲਓ ਤੁਸੀਂ ਕੱਲ ਨੂੰ ਕੈਨੇਡਾ ਇੰਗਲੈਂਡ ਚਲੇ ਜਾਂਦੇ ਹੋ ਤੇ ਕਿਤੇ ਵੀ ਚਲੇ ਜਾਣਾ। ਮਨਜੋਤ ਬੇਟੇ ਆਪਣਾ ਮਾਈਕ ਆਫ ਕਰੋ। ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਮਨਜੋਤ ਆਪਣਾ ਮਾਈਕ ਆਫ ਕਰੋ ਬੇਟੇ। ਠੀਕ ਹੈ, ਆਪਾਂ ਤੁਸੀਂ ਕਿਸੇ ਵੀ ਦੇਸ਼ ਵਿੱਚ ਚਲੇ ਜਾਂਦੇ ਹੋ, ਮੰਨ ਲਓ ਤੁਸੀਂ ਕਿਸੇ ਇੰਗਲੈਂਡ ਚਲੇ ਗਏ, ਕੈਨੇਡਾ ਚਲੇ ਗਏ, ਚਾਹੇ ਤੁਸੀਂ ਉੱਥੇ ਪੱਕੇ ਹੋ ਜਾਓ, ਉੱਥੇ ਪਰਮਾਨੈਂਟ ਰਹਿਣਾ ਸ਼ੁਰੂ ਕਰ ਦਿਓ, ਚਾਹੇ ਤੁਹਾਡਾ ਵਿਆਹ ਵੀ ਉੱਥੇ ਹੋ ਜਾਏ, ਤੁਹਾਡੀ ਨੌਕਰੀ ਵੀ ਉੱਥੇ ਹੋ ਜਾਏ, ਪਰ ਕਿਤੇ ਨਾ ਕਿਤੇ ਤੁਹਾਡੇ ਮਨ ਵਿੱਚ ਹੋਣਾ ਕਿ ਮੈਂ ਭਾਰਤ ਦਾ ਹੈ। ਤੁਸੀਂ ਇੰਡੀਆ ਦੇ ਸ਼ੋਅ ਵੀ ਦੇਖੋਗੇ, ਤੁਸੀਂ ਇੰਡੀਆ ਵਿੱਚ ਆਓਗੇ ਵੀ, ਜੇ 5 ਸਾਲ ਬਾਅਦ 4 ਸਾਲ ਬਾਅਦ ਆਏ, ਬੜੀ ਖੁਸ਼ੀ ਨਾਲ ਤੁਹਾਨੂੰ ਲੱਗੇਗਾ ਕਿ ਮੈਂ ਆਪਣੇ ਦੇਸ਼ 'ਚ ਜਾ ਰਿਹਾ। ਕੀ ਮਤਲਬ ਕਿ ਬੰਦੇ ਦੀ ਆਪਣੇ ਕੰਟਰੀ ਦੇ ਨਾਲ, ਚਾਹੇ ਉਹ 20 ਸਾਲ ਹੋ ਗਏ ਉਹਨੂੰ ਦੇਸ਼ ਨੂੰ ਛੱਡ ਕੇ ਗਿਆ, ਇੱਕ ਬੰਦੇ ਦੀ ਅਟੈਚਮੈਂਟ ਹੁੰਦੀ ਹੈ ਆਪਣੇ ਕੰਟਰੀ ਦੇ ਨਾਲ। ਹੁਣ ਗੱਲ ਕੀ ਹੈ ਕਿ ਜੇ ਇੰਗਲੈਂਡ, ਅਮਰੀਕਾ ਬਾਹਰ ਬੈਠੇ ਬੰਦੇ ਉੱਥੇ ਪੈਸਾ ਕਮਾ ਰਹੇ ਆ, ਦੇਖੋ ਬੜੇ ਸੋਚਣ ਵਾਲਾ ਪੁਆਇੰਟ ਹੈ, ਪੈਸਾ ਉੱਥੇ ਕਮਾ ਰਹੇ ਆ, ਠੀਕ ਹੈ। ਜੇ ਉਹ ਇੰਡੀਆ ਆਉਣਗੇ, ਇੱਥੇ ਆ ਕੇ ਆਪਣੇ ਪਿੰਡਾਂ 'ਚ ਕੋਠੀਆਂ ਪਾਉਣਗੇ, ਸ਼ਹਿਰਾਂ ਵਿੱਚ ਕੋਠੀਆਂ ਪਾਉਣਗੇ, ਜ਼ਮੀਨ ਖਰੀਦਣਗੇ, ਪਲਾਟ ਖਰੀਦ ਕੇ ਰੱਖਣਗੇ, ਵਿਆਹਾਂ ਦੇ ਵਿਆਹ ਇੱਧਰ ਆ ਕੇ ਕਰਾਉਣਗੇ, ਸ਼ਾਪਿੰਗ ਕਰਨਗੇ, ਕੁਛ ਵੀ ਕਰਨਗੇ। ਇਹਦਾ ਮਤਲਬ ਡਾਲਰ ਜਾਂ ਪਾਉਂਡ ਉਹਨਾਂ ਨੇ ਉੱਥੇ ਕਮਾਏ, ਖਰਚ ਕਿੱਥੇ ਰਹੇ ਆ? ਇੰਡੀਆ ਦੇ ਵਿੱਚ। ਮੇਰਾ ਪੁਆਇੰਟ ਫੋਲੋ ਕਰ ਗਏ? ਜੇ ਉਹ ਉੱਥੇ ਦਾ ਪੈਸਾ ਕਮਾਇਆ ਹੋਇਆ ਇੰਡੀਆ ਵਿੱਚ ਆ ਕੇ ਖਰਚ ਰਹੀ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਇੰਡੀਆ ਨੂੰ ਇਸ ਚੀਜ਼ ਦਾ ਨੁਕਸਾਨ ਹੋ ਰਿਹਾ ਕਿ ਫਾਇਦਾ ਹੋ ਰਿਹਾ? ਫਾਇਦਾ ਹੋ ਰਿਹਾ, ਠੀਕ ਹੈ। ਪੈਸਾ ਉੱਥੇ ਕਮਾਇਆ ਹੋਇਆ, ਜਦ ਸਾਡੇ ਇੱਥੇ ਆ ਕੇ ਪ੍ਰਾਪਰਟੀ ਖਰੀਦ ਲਈ, ਕੰਸਟਰਕਸ਼ਨ ਕਰਵਾ ਰਹੇ ਆ, ਕੋਠੀ ਬਣਾ ਰਹੇ ਆ, ਵਿਆਹ ਕਰ ਰਹੇ ਆ, ਸ਼ਾਪਿੰਗ ਕਰ ਰਹੇ ਆ, ਜੋ ਵੀ ਕਰ ਰਹੇ ਆ, ਜੇ ਉੱਥੇ ਦਾ ਕਮਾਇਆ ਹੋਇਆ ਪੈਸਾ ਉਹ ਇੱਥੇ ਆ ਕੇ ਉਸ ਪੈਸੇ ਨੂੰ ਯੂਜ਼ ਕਰ ਰਹੇ ਆ, ਖਰਚ ਕਰ ਰਹੇ ਆ, ਤਾਂ ਇਹਦਾ ਮਤਲਬ ਆਮਦਨ ਕਿੱਥੇ ਜਾ ਰਹੀ ਹੈ? ਭਾਰਤ ਕੋਲ ਜਾ ਰਹੀ ਹੈ। ਇਸ ਕਰਕੇ ਭਾਰਤ ਸਰਕਾਰ ਨੇ ਇਹ ਕਰਤਾ ਕਿ ਜਿਹੜੇ ਬੰਦੇ ਪ੍ਰਵਾਸੀ ਭਾਰਤੀ ਨੇ, ਪ੍ਰਵਾਸੀ ਭਾਰਤੀ ਮੈਨੇ NRIs ਬਾਹਰ ਬੈਠੇ ਨੇ, ਉਹਨਾਂ ਨੂੰ ਡਬਲ ਸਿਟੀਜ਼ਨਸ਼ਿਪ ਦੇ ਦਿੱਤੀ। ਡਬਲ ਸਿਟੀਜ਼ਨਸ਼ਿਪ ਮੀਨਸ ਕਿਦਾਂ? ਕੋਈ ਇੰਗਲੈਂਡ ਦਾ ਵੀ ਨਾਗਰਿਕ ਹੋ ਸਕਦਾ, ਨਾਲ ਭਾਰਤ ਦਾ ਵੀ ਹੈ, ਅਮਰੀਕਾ ਦਾ ਵੀ ਹੋ ਸਕਦਾ ਹੈ, ਭਾਰਤ ਦਾ ਵੀ ਹੈ, ਕੈਨੇਡਾ ਦਾ ਵੀ PR ਹੈ, ਉਸ ਬੰਦੇ ਕੋਲ ਭਾਰਤ ਦੀ ਵੀ ਹੈਗੀ ਹੈ। ਉਹ ਕਹਿੰਦੇ ਕਿ ਆਓ ਸਾਡੇ ਦੇਸ਼, ਜੇ ਤੁਸੀਂ ਬਾਹਰ ਵੀ ਕੰਮ ਕਰ ਰਹੇ ਹੋ, ਆਪਣੇ ਦੇਸ਼ ਵਿੱਚ ਆਓ, ਆਪਣੇ ਦੇਸ਼ 'ਚ ਉਦਯੋਗ ਲਾਓ, ਆਪਣੇ ਦੇਸ਼ 'ਚ ਇਨਵੈਸਟਮੈਂਟ ਕਰੋ, ਖਰਚ ਕਰੋ, ਕੰਸਟਰਕਸ਼ਨ ਕਰੋ, ਸ਼ਾਪਿੰਗ ਕਰੋ, ਤਾਂ ਜੋ ਬਾਹਰ ਦਾ ਪੈਸਾ ਜਿਹੜਾ ਹੈ ਉਹ ਸਾਡੇ ਦੇਸ਼ ਦੇ ਵਿੱਚ ਆ ਸਕੇ। ਮੇਰਾ ਪੁਆਇੰਟ ਫੋਲੋ ਕਰ ਗਏ? ਪਹਿਲਾਂ ਦੱਸੋ ਮੇਰਾ ਪੁਆਇੰਟ ਫੋਲੋ ਕਰ ਗਏ? ਮੈਂ ਤਾਂ ਅੱਗੇ ਚੱਲਾਂਗੀ ਕਿ ਜਿਹੜੇ ਪ੍ਰਵਾਸੀ ਭਾਰਤੀ ਨੇ, ਇਹਨਾਂ ਨੂੰ ਭਾਰਤ ਵਿੱਚ ਵਿਸ਼ੇਸ਼ ਫੈਸਿਲਿਟੀਜ਼ ਦਿੱਤੀਆਂ ਗਈਆਂ, ਸਪੈਸ਼ਲ ਫੈਸਿਲਿਟੀਜ਼ ਦਿੱਤੀਆਂ ਗਈਆਂ, ਤਾਂ ਜੋ ਜਿਹੜਾ ਵਿਦੇਸ਼ ਦਾ ਪੈਸਾ ਹੈ ਕਮਾਇਆ ਹੋਇਆ ਉਹ ਸਾਡੇ ਦੇਸ਼ ਵਿੱਚ ਆ ਸਕੇ। ਹਾਂਜੀ, ਮੇਰਾ ਪੁਆਇੰਟ ਫੋਲੋ ਕੀਤੇ? ਹਾਂਜੀ, ਯੈਸ ਮੈਮ। ਹਾਂਜੀ, ਉਸ ਤੋਂ ਅਗਲਾ ਲਿਖੋ ਬੇਟੇ ਤੁਸੀਂ, ਨਵੇਂ ਉਦਯੋਗਾਂ ਦੀ ਸਥਾਪਨਾ। ਨਵੇਂ ਉਦਯੋਗਾਂ ਦੀ ਸਥਾਪਨਾ। ਪਹਿਲਾ ਪੁਆਇੰਟ ਮੈਂ ਤੁਹਾਨੂੰ ਲਿਖਾਇਆ ਸੀ ਲਾਇਸੈਂਸ ਪ੍ਰਣਾਲੀ ਦਾ ਖਾਤਮਾ, ਠੀਕ ਹੈ, ਐਬੋਲੀਸ਼ਨ ਆਫ ਲਾਇਸੈਂਸ ਸਿਸਟਮ। ਫਿਰ ਮੈਂ ਤੁਹਾਨੂੰ ਲਿਖਾਇਆ ਸੀ ਨਿੱਜੀਕਰਨ, ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ। ਤੀਸਰਾ ਮੈਂ ਤੁਹਾਨੂੰ ਲਿਖਾਇਆ ਸੀ ਬਹੁਰਾਸ਼ਟਰੀ ਕੰਪਨੀਆਂ, ਮਲਟੀਨੈਸ਼ਨਲ ਕੰਪਨੀਆਂ ਦਾ ਇੰਡੀਆ ਵਿੱਚ ਪ੍ਰਵੇਸ਼, ਠੀਕ ਹੈ। ਚੌਥਾ ਲਿਖਾਇਆ ਸੀ ਆਯਾਤ ਅਤੇ ਨਿਰਯਾਤ ਉੱਤੇ ਘੱਟ ਤੋਂ ਘੱਟ ਪਾਬੰਦੀਆਂ ਕਰ ਦਿੱਤੀਆਂ ਗਈਆਂ। ਪੰਜਵਾਂ ਪ੍ਰਵਾਸੀ ਭਾਰਤੀਆਂ NRIs ਲਈ ਫੈਸਿਲਿਟੀਜ਼ ਦਿੱਤੀਆਂ ਗਈਆਂ, ਠੀਕ ਹੈ। ਉਸ ਤੋਂ ਬਾਅਦ ਨਵੇਂ ਉਦਯੋਗਾਂ ਦੀ ਸਥਾਪਨਾ। ਇੱਕ ਇੱਥੇ ਬੱਚੇ ਤੁਸੀਂ ਇੱਕ ਬਹੁਤ ਪਿੰਨ ਪੁਆਇੰਟ ਕਰਕੇ ਇੱਕ ਚੀਜ਼ ਲਿਖ ਲਓ ਕਿ 1991 ਤੋਂ ਬਾਅਦ, ਨੋਟ ਕਰ ਲਓ, 1991 1991 ਦੀ ਇੰਡਸਟਰੀਅਲ ਪਾਲਿਸੀ ਇੰਡੀਆ ਦੇ ਵਿੱਚ 1991 ਵਿੱਚ ਇੰਡੀਆ ਵਿੱਚ ਇੱਕ ਨਵੀਂ ਉਦਯੋਗਿਕ ਨੀਤੀ ਬਣੀ ਸੀ। ਨੋਟ ਕਰੋ, 1991 ਵਿੱਚ 1991 ਚ ਇੰਡੀਆ ਵਿੱਚ ਇੱਕ ਨਵੀਂ ਉਦਯੋਗਿਕ ਪਾਲਿਸੀ ਮੈਨੇ ਉਦਯੋਗਾਂ ਨਾਲ, ਇੰਡਸਟਰੀ ਨਾਲ ਸੰਬੰਧਿਤ ਇੱਕ ਪਾਲਿਸੀ ਸਰਕਾਰ ਵੱਲੋਂ ਬਣਾਈ ਗਈ ਸੀ। ਇਸ ਪਾਲਿਸੀ ਦੇ ਅਨੁਸਾਰ ਨਵੇਂ ਉਦਯੋਗਾਂ ਦੀ ਸਥਾਪਨਾ ਤੇ ਜ਼ੋਰ ਦਿੱਤਾ ਗਿਆ ਅਤੇ ਨਵੇਂ ਉਦਯੋਗਾਂ ਦੀ ਸਥਾਪਨਾ ਤੇ ਜ਼ੋਰ ਦਿੱਤਾ ਗਿਆ ਅਤੇ ਨਵੇਂ ਉਦਯੋਗਾਂ ਦੀ ਸਥਾਪਨਾ ਲਈ ਕਾਫੀ ਫੈਸਿਲਿਟੀਜ਼ ਜਾਂ ਸਹੂਲਤਾਵਾਂ ਦਿੱਤੀਆਂ ਜਾ ਰਹੀਆਂ ਹਨ। ਠੀਕ ਹੈ ਜੀ। ਇਹ ਵੀ ਪੁਆਇੰਟ ਕਾਹਦੇ ਲਈ? ਤਾਂ ਜੋ ਬਾਹਰਲੀਆਂ ਕੰਪਨੀਆਂ ਵੀ ਸਾਡੇ ਦੇਸ਼ ਵਿੱਚ ਆ ਜਾਣ। ਇੱਕ ਲਾਸਟ ਪੁਆਇੰਟ ਲਿਖੋ, ਵਿਦੇਸ਼ੀ ਪੂੰਜੀ ਦਾ ਨਿਵੇਸ਼।
ਵਿਦੇਸ਼ੀ ਪੂੰਜੀ ਦਾ ਨਿਵੇਸ਼, ਫੋਰਨ ਕੈਪੀਟਲ ਇਨਵੈਸਟਮੈਂਟ। विदेशी पूंजी का निवेश, फॉरेन कैपिटल इन्वेस्टमेंट। फॉरेन मैंने विदेश, पूंजी मैंने कैपिटल, इन्वेस्ट करना की हुंदा है? इन्वेस्ट करना हुंदा है पैसा लगाना। इन्वेस्ट करना मैंने पैसा लगाना। देखो बच्चे एक गल तुसी इन्नी गल याद रखियो, जिन्ने ज्यादा उद्योग होणगे उन्ने ज्यादा लोकां नूं रोजगार मिलेगा। जदों लोकां नूं रोजगार मिलेगा उन्हां दे हत्थ विच पैसा आएगा। ਜਦੋਂ ਕਿਸੇ ਦੇ ਹੱਥ ਵਿੱਚ ਪੈਸਾ ਆਉਂਦਾ ਹੈ ਤਾਂ ਉਹ ਕੀ ਕਰਦਾ ਹੈ? ਖਰਚ ਕਰਦਾ ਹੈ। ਉਹਦੀ ਪਰਚੇਜ਼ਿੰਗ ਪਾਵਰ ਵੱਧਦੀ ਹੈ, ਉਹਦਾ ਖਰਚ ਕਰਨ ਦਾ ਉਹ ਖਰਚ ਜ਼ਿਆਦਾ ਕਰ ਸਕਦਾ ਹੈ। ਹੁਣ ਮੰਨ ਲਓ ਮੈਂ ਆ, ਜੇ ਮੇਰੀ ਤਨਖਾਹ 10,000 ਹੈ, ਮੈਂ 10,000 ਦੇ ਹਿਸਾਬ ਨਾਲ ਖਰਚਾ ਕਰਾਂਗੀ। ਮੰਨ ਲਓ ਕੱਲ ਨੂੰ ਮੈਨੂੰ ਕਿਤੇ ਵਧੀਆ ਜੌਬ ਮਿਲ ਜਾਂਦੀ ਹੈ, 1 ਲੱਖ ਰੁਪਈਆ ਹੋ ਜਾਂਦੀ ਹੈ, ਤਾਂ ਮੇਰੀ ਖਰਚ ਕਰਨ ਦੀ ਕੈਪੈਸਿਟੀ ਵੱਧ ਜਾਏਗੀ। ਹੁਣ ਤੁਸੀਂ ਅੱਜ ਕੱਲ ਦੇ ਬੱਚੇ ਹੋ, ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਸ ਹਿਸਾਬ ਨਾਲ ਸਾਡੀ ਇਨਕਮ ਹੁੰਦੀ ਹੈ ਅਸੀਂ ਉਸ ਹਿਸਾਬ ਦੇ ਨਾਲ ਖਰਚ ਕਰਦੇ ਹਾਂ। ਠੀਕ ਹੈ, ਸੋ ਸਾਡੀ ਸਰਕਾਰ ਖਰਚ ਕਦੋਂ ਕਰਾਂਗੇ ਅਸੀਂ? ਜਦੋਂ ਸਾਡੇ ਕੋਲ ਪੈਸਾ ਹੋਏਗਾ। ਪੈਸਾ ਹੋਣ ਦੇ ਲਈ ਸਾਡੇ ਕੋਲ ਕੰਮ ਦਾ ਹੋਣਾ ਜ਼ਰੂਰੀ ਹੈ। ਕੰਮ ਕਰਨ ਦੇ ਲਈ ਸਾਡੇ ਕੋਲ ਜਾਂ ਤਾਂ ਸਰਕਾਰੀ ਨੌਕਰੀਆਂ ਹੋਣ, ਜਾਂ ਅਸੀਂ ਪ੍ਰਾਈਵੇਟ ਹੋਣ, ਜਾਂ ਸਾਡੇ ਕੋਲ ਇੰਡਸਟਰੀ ਹੋਵੇ। ਤੁਹਾਨੂੰ ਪਤਾ ਜਿਹੜੇ ਦੇਸ਼ਾਂ ਵਿੱਚ ਉਦਯੋਗ ਜ਼ਿਆਦਾ ਹੋਣਗੇ ਉਹ ਦੇਸ਼ ਹਮੇਸ਼ਾ ਤਰੱਕੀ ਕਰੇਗਾ। ਠੀਕ ਹੈ, ਹੁਣ ਇਹਦੇ 'ਚ ਲਿਖੋ ਕਿ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿੱਚ ਵੱਧ ਤੋਂ ਵੱਧ ਇਨਵੈਸਟਮੈਂਟ ਕਰਨ ਲਈ ਜਾਂ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿੱਚ ਵੱਧ ਤੋਂ ਵੱਧ ਇਨਵੈਸਟਮੈਂਟ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਫੋਰਨ ਕੰਪਨੀਜ਼ ਆ ਕੇ ਫੋਰਨ ਦੀਆਂ ਕੰਪਨੀਆਂ ਸਾਡੇ ਦੇਸ਼ ਵਿੱਚ ਉਦਯੋਗ ਲਗਾਉਣ। ਉਹਦੇ ਨਾਲ ਕੀ ਹੋਏਗਾ? ਉਹਨਾਂ ਨੂੰ ਵੀ ਫਾਇਦਾ ਹੈ ਤੇ ਸਾਨੂੰ ਕੀ ਫਾਇਦਾ ਹੈ? ਸਾਡੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਸਾਡੇ ਲੋਕਾਂ ਨੂੰ ਤਨਖਾਹ ਮਿਲੇਗੀ। ਉਹਨਾਂ ਨੂੰ ਕੀ ਫਾਇਦਾ ਹੈ? ਉਹ ਲਗਾਉਣਗੇ, ਇੱਥੇ ਖਰੀਦਣ ਵਾਲੇ ਜ਼ਿਆਦਾ ਹੈ। ਭਾਰਤ ਸਭ ਤੋਂ ਵੱਡਾ ਦੇਸ਼ ਹੈ, ਇੱਥੇ ਖਰੀਦਦਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਨਸੰਖਿਆ ਬਹੁਤ ਜ਼ਿਆਦਾ ਹੈ। ਠੀਕ ਹੈ, ਹੁਣ ਮੰਨ ਲਓ ਕਿਸੇ ਦੇਸ਼ ਦੀ ਜਨਸੰਖਿਆ ਹੀ 10 ਕਰੋੜ ਹੋਵੇ, ਫਿਰ ਉੱਥੇ 10 ਕਰੋੜ ਬੰਦੇ 'ਚ ਸਮਾਨ ਖਰੀਦਣਾ। ਹੁਣ ਭਾਰਤ ਦੀ ਸੁੱਖ ਨਾਲ 150 ਕਰੋੜ ਤਾਂ ਜਨਸੰਖਿਆ ਹੈ, ਸੋ ਇੱਥੇ ਖਰੀਦਣ ਵਾਲੇ ਹੀ ਬਹੁਤ ਨੇ। ਸੋ ਜੇ ਕੋਈ ਵਿਦੇਸ਼ੀ ਕੰਪਨੀ ਸਾਡੇ ਦੇਸ਼ ਦੇ ਵਿੱਚ ਵਪਾਰ ਕਰਦੀ ਹੈ ਤਾਂ ਇੱਥੇ ਖਰੀਦਣ ਉਹਨਾਂ ਦੇ ਖਰੀਦਦਾਰ ਵੱਧ ਜਾਂਦੇ ਹੈ, ਸਾਡੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ, ਸਾਡੇ ਲੋਕਾਂ ਨੂੰ ਤਨਖਾਹ ਮਿਲਦੀ ਹੈ, ਸਾਡੇ ਲੋਕਾਂ ਨੂੰ ਕੰਮ ਮਿਲਦਾ, ਜਿਹਦੇ ਨਾਲ ਸਾਡੇ ਹੱਥ ਵਿੱਚ ਪੈਸਾ ਆਉਂਦਾ ਹੈ ਤੇ ਇਨਵੈਸਟਮੈਂਟ ਹੁੰਦੀ ਹੈ। ਸੋ ਸਰਕਾਰ ਕੋਸ਼ਿਸ਼ ਕਰਦੀ ਹੈ ਕਿ ਬਾਹਰ ਦੀਆਂ ਜਿੰਨੀਆਂ ਵੱਡੀਆਂ ਕੰਪਨੀਜ਼ ਹਨ, ਜੇ ਉਹ ਸਾਡੇ ਦੇਸ਼ 'ਚ ਆ ਕੇ ਵਪਾਰ ਕਰਨਾ ਚਾਹੁੰਦੀਆਂ ਨੇ, ਉਦਯੋਗ ਲਗਾਉਣਾ ਚਾਹੁੰਦੀਆਂ ਨੇ, ਤਾਂ ਸਰਕਾਰ ਉਹਨੂੰ ਇਨਵਾਈਟ ਕਰ ਰਹੀ ਹੈ, ਉਹਨੂੰ ਉਤਸ਼ਾਹਿਤ ਕਰ ਰਹੀ ਹੈ। ਠੀਕ ਹੈ, ਇੱਥੇ ਇੱਕ ਲਾਈਨ ਲਿਖ ਲਓ ਕਿ ਵਿਦੇਸ਼ੀ ਕੰਪਨੀਆਂ ਦੁਆਰਾ ਵੱਡੇ ਉਦਯੋਗਾਂ ਵਿੱਚ ਵੱਡੇ ਉਦਯੋਗਾਂ ਵਿੱਚ 51% 51% ਤੱਕ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ। 51% 51% ਤੱਕ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ। ਅਤੇ ਕਈ ਉਦਯੋਗਾਂ ਵਿੱਚ 100% ਇਨਵੈਸਟਮੈਂਟ ਜਾਂ ਨਿਵੇਸ਼ ਵੀ ਕੀਤਾ ਜਾ ਸਕਦਾ ਹੈ। ਠੀਕ ਹੈ, ਜੇ ਕੋਈ ਵਿਦੇਸ਼ ਦੀ ਕੰਪਨੀ ਆਉਂਦੀ ਹੈ ਤਾਂ ਸਰਕਾਰ ਕੋਸ਼ਿਸ਼ ਕਰਦੀ, ਮੰਨ ਲਓ ਹੁਣ ਜਾਪਾਨ ਦੀ ਕੋਈ ਇੱਥੇ ਗੱਡੀਆਂ ਦੀ ਫੈਕਟਰੀ ਲੱਗ ਗਈ, ਤਾਂ ਸਰਕਾਰ ਕੀ ਚਾਹੁੰਦੀ ਹੈ ਵੀ ਇਹ ਨਾ ਇਹ ਸਾਰਾ ਕੁਝ ਜਾਪਾਨ ਦੇ ਹੱਥ ਵਿੱਚ ਚਲਾ ਜਾਏ, ਸਾਡੇ ਹੱਥ ਵਿੱਚ ਵੀ। ਉਹ ਕੀ ਕਹਿੰਦੇ, 51% ਹਿੱਸਾ ਤੁਸੀਂ ਪਾਓ, 49% ਅਸੀਂ ਪਾਵਾਂਗੇ। ਜਦੋਂ ਪ੍ਰੋਫਿਟ ਹੋਏਗਾ ਤੁਸੀਂ 51% ਦੇ ਹਿਸਾਬ ਨਾਲ ਲੈ ਲਿਓ, 49% ਦੇ ਅਸੀਂ ਲੈ ਲਾਂਗੇ। ਪਰ ਕੁਝ ਉਦਯੋਗ ਏਦਾਂ ਦੇ ਵੀ ਹੈ ਜਿਹਦੇ ਵਿੱਚ ਸਰਕਾਰ ਕਹਿੰਦੀ ਹੈ ਕਿ 100% ਪੈਸੇ ਤੁਸੀਂ ਲਾਓ। ਠੀਕ ਹੈ, ਉੱਥੇ ਸ਼ਰਤਾਂ ਰੱਖ ਦਿੱਤੀਆਂ ਜਾਂਦੀਆਂ, ਉੱਥੇ ਸਾਡੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ, ਸਾਡੇ ਲੋਕਾਂ ਨੂੰ ਤਨਖਾਹ ਮਿਲਦੀ ਹੈ, ਪੈਸੇ ਮਿਲਦੇ ਹੈ। ਠੀਕ ਹੈ, ਦੇਸ਼ ਦੀ ਗਵਰਨਮੈਂਟ, ਮੰਨ ਲਓ ਬੇਟੇ ਸਿੱਧੀ ਗੱਲ, ਮੁੱਕਦੀ ਗੱਲ ਇਹ ਦੇਖ ਲਓ ਵੀ ਜੇ ਕਿਸੇ ਨੇ ਭਾਰਤ ਨਾਲ ਵਪਾਰ ਕਰਨਾ ਹੈ ਤਾਂ ਭਾਰਤ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਕਰ ਸਕਦਾ। ਜੇ ਕੋਈ ਕੰਪਨੀ ਬਾਹਰ ਦੀ ਭਾਰਤ ਵਿੱਚ ਆਉਣਾ ਚਾਹੁੰਦੀ ਹੈ ਵਪਾਰ ਕਰਨ ਦੇ ਲਈ, ਜਾਂ ਸਮਾਨ ਵੇਚਣ ਦੇ ਲਈ, ਜਾਂ ਸਮਾਨ ਬਣਾਉਣ ਦੇ ਲਈ, ਤਾਂ ਭਾਰਤ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਆਏਗਾ। ਮੰਨ ਲਓ ਜੇ ਤੁਹਾਡਾ ਘਰ ਹੈ, ਕੋਈ ਬੰਦਾ ਕਹਿੰਦਾ ਕਿ ਤੁਹਾਡੇ 4 ਕਮਰੇ ਖਾਲੀ ਪਏ ਆ, ਮੈਂ ਤੁਹਾਡੇ 4 ਕਮਰਿਆਂ ਦੇ ਵਿੱਚ ਇਹ ਕੰਮ ਕਰ ਲਾਂ, ਤੁਹਾਡੇ ਖਾਲੀ ਪਏ ਆ, ਤੁਸੀਂ ਕਹਿੰਦੇ ਹੋ ਕਰ ਲੈ, ਮੇਰੇ ਤਾਂ ਵਿਹਲੇ ਪਏ ਆ, ਕਰ ਲੈ, ਪਰ ਤੁਸੀਂ ਉਹਨੂੰ ਫ੍ਰੀ ਨਹੀਂ ਦਓਗੇ,
ਤੁਸੀਂ ਉਹਦੇ ਤੋਂ ਜਾਂ ਤਾਂ ਉਤੋਂ ਕਰੋਗੇ ਵੀ ਇੰਨੇ ਮੁਨਾਫੇ 'ਚ ਮੈਨੂੰ ਹਿੱਸਾ ਦੇ, ਨਹੀਂ ਤਾਂ ਮੈਨੂੰ ਇੰਨੇ ਪੈਸੇ ਦੇ। ਇਸੇ ਤਰੀਕੇ ਦੇ ਨਾਲ ਸਾਡੀ ਸਰਕਾਰਾਂ ਜਦੋਂ ਬਾਹਰ ਤੋਂ ਵਿਦੇਸ਼ੀ ਕੰਪਨੀਆਂ ਨੂੰ ਮੰਗਾਉਂਦੀਆਂ ਨੇ ਤਾਂ ਉਹਦੇ ਨਾਲ ਸ਼ਰਤ ਹੁੰਦੀ ਹੈ ਵੀ ਜਾਂ ਤਾਂ ਮੁਨਾਫੇ 'ਚ ਭਾਰਤ ਸਰਕਾਰ ਦਾ ਇੰਨਾ ਹਿੱਸਾ ਪਾਇਆ ਜਾਵੇ, ਜਾਂ ਫਿਰ ਕੀ ਹੈ, ਸਾਨੂੰ ਜੋ ਬਣਦੀਆਂ ਕੰਡੀਸ਼ਨਸ ਨੇ ਉਹ ਸਾਨੂੰ ਦਿੱਤੀਆਂ, ਠੀਕ ਹੈ। ਪਰ ਉਹਦਾ ਸਾਨੂੰ ਫਾਇਦਾ ਹੀ ਫਾਇਦਾ ਹੈ। ਜਿੰਨੇ ਜ਼ਿਆਦਾ ਉਦਯੋਗ ਆਉਣਗੇ, ਹੁਣ ਤੁਸੀਂ ਆਪਣੇ ਆਲੇ ਦੁਆਲੇ ਦੇਖੋ, ਜਿੰਨੀ ਜ਼ਿਆਦਾ ਇੰਡਸਟਰੀ ਆਏਗੀ ਓਨਾ ਜ਼ਿਆਦਾ ਉਸ ਜਗ੍ਹਾ ਦਾ ਵਿਕਾਸ ਹੋਏਗਾ, ਠੀਕ ਹੈ ਜੀ। ਹੁਣ ਪਹਿਲਾਂ ਮੈਨੂੰ ਇਹ ਦੱਸੋ, ਜੇ ਆਪਾਂ ਨੂੰ ਕੁਐਸਚਨ ਆ ਜਾਵੇ ਭਾਰਤ ਦਾ ਵਿਸ਼ਵੀਕਰਨ ਪ੍ਰਤੀ ਕੀ ਦ੍ਰਿਸ਼ਟੀਕੋਣ ਹੈ, ਤਾਂ ਤੁਸੀਂ ਇਹ ਸਾਰੇ ਪੁਆਇੰਟ ਲਿਖ ਲਓਗੇ ਆਪ ਬਣਾ ਕੇ? ਹਾਂਜੀ, ਮੈਨੂੰ ਮਾੜਾ ਜਿਹਾ ਹਾਂ ਹਾਂਜੀ ਕਰ ਮੈਮ। ਦਿਓ। ਹੋ ਗਿਆ, ਠੀਕ ਹੈ। ਤੇ ਮੈਂ ਤੁਹਾਨੂੰ ਨਾ ਥੋੜਾ ਜਿਹਾ ਮੈਂ ਤੁਹਾਨੂੰ ਇੱਕ ਦੋ ਨੋਟ ਲਿਖਾ ਰਹੀ ਹਾਂ, ਉਹ ਵੈਰੀ ਇੰਪੋਰਟੈਂਟ ਹੈ, ਉਹ ਲਿਖੋ ਤੁਸੀਂ, ਠੀਕ ਹੈ। ਪਹਿਲਾਂ ਲਿਖੋ, ਹੈਡਿੰਗ ਦਿਓ WTO, WTO, ਵੱਡਾ W ਵੱਡੀ T ਵੱਡੀ O, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਵਿਸ਼ਵ ਵਪਾਰ ਸੰਗਠਨ, ਪੂਰਾ ਲਿਖ ਲਓ, ਵਿਸ਼ਵ ਵਪਾਰ ਸੰਗਠਨ। ਇਹਦੇ ਵਿੱਚ ਨੋਟ ਆ ਜਾਂਦਾ ਹੈ, ਵੈਸੇ ਵੀ ਤੁਹਾਡੀ ਜਨਰਲ ਨੌਲੇਜ ਲਈ ਹੈ। ਦੇਖੋ ਇਹਦਾ ਨਾਮ ਹੈ ਵਿਸ਼ਵ ਵਪਾਰ ਸੰਗਠਨ। ਵਿਸ਼ਵ ਮੈਨੇ ਸਾਰੇ ਸੰਸਾਰ ਦਾ, ਸੰਗਠਨ ਬਣਿਆ ਹੋਇਆ ਹੈ, ਆਰਗੇਨਾਈਜੇਸ਼ਨ ਬਣੀ ਹੋਈ ਹੈ, ਕਾਹਦੇ ਲਈ ਬਣੀ ਹੋਈ ਹੈ? ਵਪਾਰ ਦੇ ਵਾਧੇ ਦੇ ਲਈ। ਹੁਣ ਯਾਦ ਰਹੇਗਾ, ਵਿਸ਼ਵ ਵਪਾਰ ਸੰਗਠਨ ਸਾਰੇ ਸੰਸਾਰ ਦੀ ਸੰਸਥਾ ਹੈ, ਠੀਕ ਹੈ, ਕਿਸੇ ਇੱਕ ਦੋ ਦੇਸ਼ ਦੀ ਨਹੀਂ ਹੈ। ਕਾਹਦੇ ਲਈ ਹੈ? ਵਪਾਰ ਦੇ ਵਾਧੇ ਦੇ ਲਈ ਬਣਾਇਆ ਹੋਇਆ ਇੱਕ ਸੰਗਠਨ ਹੈ। ਲਿਖੋ, ਵਿਸ਼ਵ ਵਪਾਰ ਸੰਗਠਨ WTO ਦੀ ਸਥਾਪਨਾ 1995 ਵਿੱਚ ਹੋਈ। WTO ਦੀ ਸਥਾਪਨਾ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਸਥਾਪਨਾ 1995 ਵਿੱਚ ਹੋਈ, ਠੀਕ ਹੈ ਬੇਟੇ। ਪਹਿਲੀ ਗੱਲ, ਇਸ ਵੇਲੇ 162 ਤੋਂ ਵੱਧ ਦੇਸ਼ ਇਸ ਦੇ ਮੈਂਬਰ ਹਨ। ਇਸ ਸਮੇਂ 162 ਤੋਂ ਵੱਧ ਦੇਸ਼ ਇਸ ਦੇ ਮੈਂਬਰ ਹਨ। WTO ਦਾ ਮੁੱਖ ਦਫ਼ਤਰ, ਹੈਡ ਆਫਿਸ ਜਿਹਨੂੰ ਕਹਿ ਸਕਦੇ ਹਾਂ, WTO ਦਾ ਮੁੱਖ ਦਫ਼ਤਰ ਜਾਂ ਹੈਡ ਆਫਿਸ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿਖੇ ਹੈ। WTO ਦਾ ਮੁੱਖ ਦਫ਼ਤਰ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿਖੇ ਹੈ। ਭਾਰਤ ਵੀ WTO ਦਾ ਮੈਂਬਰ ਦੇਸ਼ ਹੈ। ਨੋਟ ਕਰੋ, ਭਾਰਤ ਵੀ WTO ਦਾ ਮੈਂਬਰ ਦੇਸ਼ ਹੈ। ਉਸ ਤੋਂ ਅਗਲੀ ਲਾਈਨ ਲਿਖ ਲਓ, ਵਿਸ਼ਵ ਵਪਾਰ ਸੰਗਠਨ ਜਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਮੁੱਖ ਕੰਮ ਸੰਸਾਰ ਵਿੱਚ ਅੰਤਰਰਾਸ਼ਟਰੀ ਵਪਾਰ ਵਿੱਚ ਵਾਧਾ ਕਰਨਾ, ਟੂ ਇੰਪਰੂਵ ਇੰਟਰਨੈਸ਼ਨਲ ਟ੍ਰੇਡ, ਅੰਤਰਰਾਸ਼ਟਰੀ ਵਪਾਰ ਵਿੱਚ ਵਾਧਾ ਕਰਨਾ, ਟੂ ਇੰਪਰੂਵ ਇੰਟਰਨੈਸ਼ਨਲ ਟ੍ਰੇਡ, ਠੀਕ ਹੈ। ਵਪਾਰ ਦੇ ਉੱਤੇ ਲੱਗੀਆਂ ਪਾਬੰਦੀਆਂ ਨੂੰ ਘੱਟ ਕਰਨਾ, ਲੈਸਨ ਦਾ ਰਿਸਟ੍ਰਿਕਸ਼ਨਸ ਔਨ ਦਾ ਟ੍ਰੇਡ, ਵਪਾਰ ਉੱਤੇ ਲੱਗੀਆਂ ਪਾਬੰਦੀਆਂ ਨੂੰ ਘੱਟ ਕਰਨਾ, ਅਤੇ ਵਪਾਰ ਸੰਬੰਧੀ ਸਹੂਲਤਾਵਾਂ ਦਾ ਵਿਕਾਸ ਕਰਨਾ, ਅਤੇ ਵਪਾਰ ਸੰਬੰਧੀ ਸਹੂਲਤਾਵਾਂ ਦਾ ਵਿਕਾਸ ਕਰਨਾ ਹੈ, ਠੀਕ ਹੈ ਜੀ। ਇਹਦੇ ਤੇ ਤੁਹਾਨੂੰ ਯਾਦ ਰੱਖਣਾ, ਵਰਲਡ ਟ੍ਰੇਡ ਆਰਗੇਨਾਈਜੇਸ਼ਨ 162 ਤੋਂ ਵੱਧ ਦੇਸ਼ ਇਹਦੇ ਮੈਂਬਰ ਹੈ। ਇੰਡੀਆ ਇਜ਼ ਆਲਸੋ ਅ ਮੈਂਬਰ ਆਫ WTO, ਠੀਕ ਹੈ। ਇੱਕ ਹੋਰ ਨੋਟ ਲਿਖੋ, ਉੱਪਰ ਹੈਡਿੰਗ ਦੇ ਲਓ, ਭਾਰਤ ਵਿੱਚ ਵਿਸ਼ਵੀਕਰਨ ਨੂੰ ਲੈ ਕੇ ਨਵੇਂ ਆਰਥਿਕ ਸੁਧਾਰ, ਭਾਰਤ ਵਿੱਚ ਵਿਸ਼ਵੀਕਰਨ ਨੂੰ ਲੈ ਕੇ ਨਵੇਂ ਆਰਥਿਕ ਸੁਧਾਰ। ਇਹਦੇ ਚ ਨੰਬਰ 1 ਪਾਓ ਕਿ ਭਾਰਤ ਵਿੱਚ ਵਿਸ਼ਵੀਕਰਨ ਦੀ ਦਿਸ਼ਾ ਵਿੱਚ ਨਵੇਂ ਕਦਮ 1991 ਤੋਂ ਲੈਣੇ ਸ਼ੁਰੂ ਹੋਏ। ਭਾਰਤ ਵਿੱਚ ਵਿਸ਼ਵੀਕਰਨ ਜਾਂ ਉਦਯੋਗੀਕਰਨ ਵੀ ਲਿਖ ਸਕਦੇ ਹਨ, ਵਿਸ਼ਵੀਕਰਨ ਉਦਯੋਗਿਕ, ਕਿਉਂਕਿ ਨਵੀਂ ਉਦਯੋਗਿਕ ਨੀਤੀ ਬਣੀ ਹੈ। ਵਿਸ਼ਵੀਕਰਨ, ਉਦਯੋਗੀਕਰਨ, ਗਲੋਬਲਾਈਜੇਸ਼ਨ, ਇੰਡਸਟਰੀਅਲਾਈਜੇਸ਼ਨ, ਇਹਦੇ ਲਈ ਨਵੇਂ ਜੋ ਮਤਲਬ ਕਦਮ ਚੁੱਕੇ ਗਏ ਨੇ ਉਹ 1991 ਤੋਂ ਬਾਅਦ ਹੋਏ ਨੇ, ਠੀਕ ਹੈ ਜੀ। 1991 ਤੋਂ ਨਵੀਂ ਅਸੀਂ ਪਾਲਿਸੀ ਕਹਿ ਸਕਦੇ ਹਾਂ।
दूजा नंबर 2 पर लिखो साल 2012 विच डॉक्टर मनमोहन सिंह दी अगवाई अधीन डॉक्टर मनमोहन सिंह उदों प्रधानमंत्री सी डॉक्टर मनमोहन सिंह दी अगवाई अधीन विदेशी व्यापार नूं वधाउण लई विदेशी व्यापार नूं वधाउण लई विदेशी कंपनियां वल्लों कई उद्योगां विच 51%, कई उद्योगां विच 51% ਅਤੇ कई उद्योगां विच 100% तक 100% तक इन्वेस्टमेंट निवेश करन दी पेशकश की गई या की गई दा काम शुरू किया गया भी लिख सकते हो। ठीक है जी। कदों तो यूपीए की जो सरकार सी 2012 च डॉक्टर मनमोहन सिंह प्रधानमंत्री सी उन्होंने ये गल कही कि विदेशी कंपनियां भारत विच आउण 51% तक वड्डे उद्योगां 100% तक कई उद्योगां दे विच किते 49% तक मतलब भारत दे नाल मिल के ओह इत्थे आके उद्योग लाउण ते उन्हां नूं भी फायदा होए ते सानूं भी फायदा होए। हालांकि राजनीतिक विरोधी पार्टियां ने इहदा बड़ा विरोध किया कि विदेशी कंपनियां आ जाणगियां फिर भारत नूं गुलाम बना देणगियां। ये काफी हद तक सही भी है। ਅਸੀਂ ਉਹਨਾਂ ਦੇ ਦਬਾਅ ਅਧੀਨ ਆ ਜਾਾਂਗੇ, ਅਸੀਂ ਸਾਡੇ ਲੋਕ ਆਪਣੀਆਂ ਚੀਜ਼ਾਂ ਛੱਡ ਕੇ ਉਹਨਾਂ ਦੀਆਂ ਚੀਜ਼ਾਂ ਖਰੀਦਣੀਆਂ ਸ਼ੁਰੂ ਕਰ ਦਾਂਗੇ, ਪਰ ਇਸ ਦੇ ਬਾਵਜੂਦ ਵੀ ਇਹ ਚੀਜ਼ ਭਾਰਤ ਦੇ ਵਿੱਚ ਉਦੋਂ ਤੋਂ ਸ਼ੁਰੂ ਹੋਈ। ਠੀਕ ਹੈ ਜੀ। ਉਸ ਤੋਂ ਇਲਾਵਾ ਬੱਚੇ ਤੁਸੀਂ ਲਿਖ ਲਓ ਕਿ ਹੁਣ ਆਪਾਂ ਰੀਸੈਂਟ ਵੀ ਲਿਖ ਲਈਏ, ਪ੍ਰਧਾਨ ਮੰਤਰੀ ਨਰਿੰਦਰ ਨੰਬਰ 3 ਪਾ ਲਓ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਅਧੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਅਧੀਨ ਵੀ आर्थिक स्वतंत्र उदारवाद, आर्थिक स्वतंत्र उदारवाद, इकोनॉमिक लिबरलाइजेशन, फ्री लिबरलाइजेशन, लिबरलाइजेशन का तो वैसे मीनिंग ही फ्री होंदा है। ठीक है ना। फ्री मतलब मोदी जी के टाइम पे भी ये मोदी जी ने की कहा कि आर्थिक खेत्र दे विच लिबरलाइजेशन मैंने स्वतंत्रता दे दी जाए, खुल दे दी जाए। उन्होंने भी विदेशी कंपनियां नूं आउण दे लई वैलकम किया। विदेशी व्यापार नूं देखो, मैं तुहानूं बार-बार एक चीज़ दसदा कि जदों तक किसी देश की सरकार नहीं चाहुंदी उदों तक तुसीं कुछ भी उत्थे एंटर नहीं कर सकदे। व्यापार करना तो बड़ी दूर की गलबात ही नहीं हो सकती। सो साडी जे साडीआं सरकारां ने वैलकम किया कि विदेशी कंपनियां आउण, असीं दूजे देशां नाल व्यापार वधाउणा चाहुंदे हां। ਤੇ मैं चाइना की एग्जाम्पल ਤੁਹਾਨੂੰ बड़ी बार दी है कि चाइना सारे संसार में समान तो भेजता है, पर चाइना कोशिश करता है कि किसी देश का समान साडे देश के लोग यूज ना करन, अपना समान यूज करन। चाइना की हैगी है कि डोमीनेंस हैगी है, अगला कहता कि ਅਸੀਂ भेजांगे पर साडे देश च नहीं आन। पर भारत के यूपीए वेले भी ते हुण एनडीए वेले भी जदों आपां मोदी जी की सरकार है, इन्होंने की कहा कि विदेशी कंपनियां साडे देश विच आण, ਅਸੀਂ आर्थिक खेत्र विच उदारवाद मैंने आर्थिक खेत्र विच पूरी सुतंत्रता, पूरी खुल विदेशी कंपनियां नूं अपणियां कंपनियां नूं व्यापार दे लई दे रहे हैं। ठीक है। इन्हां विच इस तो इलावा अगे लिखो, इस तो इलावा हवाई अड्डे, ठीक है, एयरपोर्ट, बंदरगाहां, पोर्ट्स, रेलवेज, बैंक ते होर कई खेत्रां नूं निजीकरण करन दा काम भी कीता गया। निजीकरण मैंने प्राइवेटाइज करन दा काम भी कीता गया। ਹੁਣ ਤੁਸੀਂ ਆਪਣੇ ਆਲੇ ਦੁਆਲੇ ਦੇਖ ਲਓ, ਸਰਕਾਰੀ ਬੈਂਕਾਂ ਦੀ ਗਿਣਤੀ ਘਟ ਗਈ ਹੈ, ਪ੍ਰਾਈਵੇਟ ਬੈਂਕਾਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ। ਇੱਥੋਂ ਤੱਕ ਕਿ ਇੰਡੀਆ ਦੀ ਸਭ ਤੋਂ ਵੱਡੀ 에ਅਰਲਾਈਨ 에ਅਰ ਇੰਡੀਆ ਉਹ ਵੀ ਟਾਟਾ ਗਰੁੱਪ ਨੇ ਖਰੀਦ ਲਈ ਹੈ। ਸੋ ਸਰਕਾਰ ਨੂੰ ਲੱਗਣ ਲੱਗ ਗਿਆ ਕਿ ਸਾਡੀ ਸਰਕਾਰ ਦੇ ਕੋਲ ਜੋ ਉਦਯੋਗ ਘਾਟੇ ਵਿੱਚ ਚੱਲ ਰਹੇ ਸੀ, ਜਿਨ੍ਹਾਂ ਵਿੱਚ ਗਵਰਨਮੈਂਟ ਨੂੰ ਲਾਸ ਹੋ ਰਿਹਾ ਸੀ, ਗਵਰਨਮੈਂਟ ਨੇ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਦਿੱਤੇ ਤਾਂ ਜੋ ਉਹਨਾਂ ਤੋਂ ਪੈਸਾ ਲੈ ਲਿਆ, ਤਾਂ ਜੋ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ ਜਾਵੇ, ਤਾਂ ਜੋ ਉਹਨਾਂ ਦੀ ਤਰੱਕੀ ਹੋ ਸਕੇ। ठीक है जी। सो एक होर लिख लो कि WTO वालों या वर्ल्ड ट्रेड ऑर्गेनाइजेशन वालों आयात निर्यात करां उत्ते करां नूं घटाउणा, वर्ल्ड ट्रेड ऑर्गेनाइजेशन वालों आयात निर्यात करां नूं घटाउणा, लाइसेंस फीसां दा घट करना, टू लेसन लाइसेंस फीसिस,
ਦੇਸ਼ਾਂ ਦੇ ਵਪਾਰ ਸੰਬੰਧੀ ਨਿਯਮ ਬਣਾਉਣ ਦਾ ਕੰਮ, ਦੇਸ਼ਾਂ ਦੇ ਵਪਾਰ ਸੰਬੰਧੀ ਨਿਯਮ ਬਣਾਉਣ ਦਾ ਕੰਮ ਵੀ ਕੀਤਾ ਗਿਆ, ਵੀ ਕੀਤਾ ਗਿਆ। ਠੀਕ ਹੈ। ਬੱਚੇ ਇੱਕ ਮੇਰੀ ਬਿਲਕੁਲ ਝਟਕੀ ਜੀ ਗੱਲ ਯਾਦ ਰੱਖਿਓ, ਅੱਜ ਵੀ ਮੇਰੀ ਪੇਪਰ 'ਚ ਡਿਊਟੀ ਸੀ ਐਜ਼ ਅ ਸੁਪਰੀਡੈਂਟ। ਮੈਂ ਉੱਥੇ ਸਟੂਡੈਂਟਸ ਨੂੰ ਇੱਕੋ ਗੱਲ ਕਹੀ ਕਿ ਜੇ ਕੁਝ ਲਿਖੋਗੇ ਤਾਂ ਹੀ ਅਗਲਾ ਨੰਬਰ ਦਊਗਾ, ਜੇ ਲਿਖੋਗੇ ਹੀ ਨਹੀਂ ਫਿਰ ਨੰਬਰ ਕਿੱਥੋਂ ਮਿਲਣਗੇ। ਕਈ ਸਟੂਡੈਂਟ ਸੀ, ਉਹਨਾਂ ਨੇ ਬਿਲਕੁਲ ਹੀ ਅੱਧੇ ਘੰਟੇ ਬਾਅਦ ਪੇਪਰ ਦੇਣਾ ਸ਼ੁਰੂ ਕਰ ਦਿੱਤਾ ਕਿ ਮੈਮ ਸਾਨੂੰ ਤਾਂ ਆਉਂਦਾ ਹੈ। ਮੈਂ ਉਹਨਾਂ ਨੂੰ ਨਹੀਂ ਜਾਣ ਦਿੱਤਾ, 3 ਘੰਟੇ ਨਹੀਂ ਜਾਣ ਦਿੱਤਾ। ਮੈਂ ਉਹਨਾਂ ਨੂੰ ਕਿਹਾ ਬੈਠੋ, ਲਿਖੋ, ਠੀਕ ਲਿਖੋ, ਗਲਤ ਲਿਖੋ, ਰਿਲੇਟਡ ਲਿਖੋ, ਕੁਛ ਤਾਂ ਲਿਖੋ, ਕੁਛ ਤਾਂ ਲਿਖੋ। ਜੇ ਲਿਖੋਗੇ, ਲਿਖਿਆ ਹੋਏਗਾ, ਮੰਨ ਲਓ ਤੁਹਾਨੂੰ ਕੁਐਸਚਨ ਆ ਜਾਂਦਾ ਹੈ ਵਿਸ਼ਵੀਕਰਨ ਦੇ ਗੁਣ ਅਤੇ ਔਗਣ ਦੱਸੋ, ਮੰਨ ਲਓ ਤੁਹਾਨੂੰ ਗੁਣ ਅਤੇ ਔਗਣ ਨਹੀਂ ਆਉਂਦੇ, ਤੁਹਾਨੂੰ ਵਿਸ਼ਵੀਕਰਨ ਬਾਰੇ ਜੋ ਪਤਾ ਹੈ, ਜੋ ਤੁਸੀਂ ਸੁਣਿਆ, ਉਹ ਤਾਂ ਲਿਖੋ। ਉਦਯੋਗ ਨੀਤੀ ਲਿਖ ਦੋ, ਵਿਸ਼ਵੀਕਰਨ ਲਿਖ ਦੋ, ਸੰਸਾਰ ਮੰਡੀ ਦਾ ਰੂਪ ਧਾਰਨ ਕਰ ਗਿਆ ਇਹ ਲਿਖ ਦੋ, ਆਯਾਤ ਨਿਰਯਾਤ ਉੱਤੇ ਰੋਕਾਂ ਘੱਟ ਤੋਂ ਘੱਟ ਕਰ ਦਿਓ, ਵਿਦੇਸ਼ੀ ਕੰਪਨੀਆਂ ਬਾਰੇ ਲਿਖ ਦੋ, ਵਿਦੇਸ਼ੀ ਭਾਰਤੀਆਂ ਬਾਰੇ ਲਿਖ ਦੋ, ਇਨਵੈਸਟਮੈਂਟ ਬਾਰੇ ਲਿਖ ਦੋ। ਜੋ ਤੁਹਾਨੂੰ ਵਿਸ਼ਵੀਕਰਨ ਬਾਰੇ ਪਤਾ ਤੁਸੀਂ ਉਹ ਲਿਖੋ। ਅਗਲਾ ਬੰਦਾ ਜੇ 6 ਨੰਬਰ ਦਾ ਕੁਐਸਚਨ ਹੈ ਜਾਂ 4 ਨੰਬਰ ਦਾ ਕੁਐਸਚਨ ਹੈ, ਅਗਲਾ ਤੁਹਾਨੂੰ 4 'ਚੋਂ 4 ਨਹੀਂ ਦਊਗਾ, 2 ਤਾਂ ਦੇਗਾ। ਜੇ ਤੁਸੀਂ ਲਿਖਿਆ ਹੀ ਨਹੀਂ, ਜੇ ਤੁਸੀਂ ਲਿਖਿਆ ਹੀ ਨਹੀਂ ਫਿਰ ਤੁਹਾਨੂੰ ਕਿੱਥੋਂ ਨੰਬਰ ਦੇ? ਕੋਈ ਵੀ ਟੀਚਰ ਬੱਚੇ ਨੂੰ ਫੇਲ ਨਹੀਂ ਕਰਨਾ ਚਾਹੁੰਦਾ, ਮੇਰੀ ਗੱਲ ਯਾਦ ਰੱਖਿਓ, ਕੋਈ ਵੀ ਟੀਚਰ ਫੇਲ ਨਹੀਂ ਕਰਨਾ ਚਾਹੁੰਦਾ, ਬਟ ਪਾਸ ਕਰਨ ਦੇ ਲਈ ਵੀ ਤਾਂ ਲਿਖਿਆ ਹੋਣਾ ਜ਼ਰੂਰੀ ਹੈ ਨਾ। ਸੋ ਇਸ ਕਰਕੇ ਮੈਂ ਬਾਰ-ਬਾਰ ਕਹਿੰਦੀ ਹਾਂ ਕਿ ਜਿਹੜਾ ਟੌਪਿਕ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਟੌਪਿਕ ਕੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹਿਊਮਨ ਰਾਈਟਸ ਕੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਰਾਜਨੀਤਿਕ ਦਲ ਕੀ ਹੈ, ਇੱਕ ਦਲੀ ਪ੍ਰਣਾਲੀ ਕੀ ਹੈ, ਦੋ ਦਲੀ ਪ੍ਰਣਾਲੀ ਕੀ ਹੈ, ਬਹੁਦਲੀ ਪ੍ਰਣਾਲੀ ਕੀ ਹੈ, ਵਿਰੋਧੀ ਦਲ ਕਿਹੜੇ-ਕਿਹੜੇ ਕੰਮ ਕਰਦਾ ਹੈ, ਰਾਜਨੀਤਿਕ ਪਾਰਟੀਆਂ ਕਿਹੜੇ-ਕਿਹੜੇ ਕੰਮ ਕਰਦੀਆਂ, ਹਿੱਤ ਸਮੂਹ ਕੀ ਬੁਲਾਏ, ਦਬਾਅ ਸਮੂਹ ਕੀ ਬੁਲਾਏ, ਕਨਸੈਪਟ ਤਾਂ ਪਤਾ ਹੋਵੇ ਨਾ। ਮੰਨ ਲਓ ਅਸੀਂ ਕਿਸੇ ਵਿਸ਼ੇ ਤੇ ਗੱਲ ਕਰ ਰਹੇ ਹਾਂ, ਤੁਹਾਨੂੰ ਉਹ ਵਿਸ਼ਾ ਹੀ ਨਹੀਂ ਪਤਾ ਵੀ ਅੱਛਾ ਇਹ ਕੀ ਹੁੰਦਾ, ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਕਦੇ ਸੁਣਿਆ ਹੀ ਨਹੀਂ। ਫਿਰ ਕੀ ਇਹਦੇ ਤੇ ਤੁਸੀਂ ਗੱਲ ਕਰੋਗੇ? ਠੀਕ ਹੈ। ਜੇ ਤੁਹਾਨੂੰ ਉਸ ਵਿਸ਼ੇ ਦਾ ਤੁਸੀਂ ਨਾਂ ਸੁਣਿਆ, ਉਹਦੇ ਬਾਰੇ ਕੁਝ ਪੜ੍ਹਿਆ ਹੋਇਆ, ਤਾਂ ਤੁਸੀਂ ਕਹੋਗੇ ਵੀ ਅੱਛਾ ਇਹ ਹੁੰਦਾ, ਹਾਂ ਇਹ ਤਾਂ ਮੈਨੂੰ ਪਤਾ, ਜਾਂ ਏਦਾਂ ਕੁਛ ਤਾਂ ਦੱਸੋਗੇ ਨਾ। ਸੋ ਠੀਕ ਹੈ, ਮੇਰੀ ਇੰਨੀ ਇਹ ਮੈਂ ਬਾਰ-ਬਾਰ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਕਨਸੈਪਟ ਨੂੰ ਸਮਝੋ। ਤੁਸੀਂ ਮਤਲਬ ਜੇ ਤੁਹਾਨੂੰ ਕੁਐਸਚਨ ਆ ਜਾਂਦਾ ਹੈ, ਤੁਹਾਨੂੰ ਸੇਮ ਟੂ ਸੇਮ ਆਨਸਰ ਨਹੀਂ ਵੀ ਆਉਂਦਾ, ਜੋ ਪੁੱਛਿਆ ਉਹ ਨਹੀਂ ਆਉਂਦਾ, ਉਹਦੇ ਬਾਰੇ ਚ ਜੋ ਆਉਂਦਾ ਤੁਸੀਂ ਉਹ ਤਾਂ ਲਿਖੋ। ਮੰਨ ਲਓ ਤੁਹਾਨੂੰ UNO ਆ ਗਿਆ, ਮੰਨ ਲਓ ਤੁਹਾਨੂੰ 6 ਨੰਬਰ ਚ ਕੁਐਸਚਨ ਆ ਗਿਆ UNO ਦੇ ਵਿੱਚ ਭਾਰਤ ਦੀ ਭੂਮਿਕਾ ਦੱਸੋ। ਠੀਕ ਹੈ, ਤੁਸੀਂ ਲਿਖ ਦਿਓ UNO ਦੋ ਬਣਿਆ, ਪਹਿਲਾ ਵਿਸ਼ਵ ਯੁੱਧ ਹੋਇਆ, ਦੂਸਰਾ ਵਿਸ਼ਵ ਯੁੱਧ ਹੋਇਆ, ਦੋਨੋਂ ਵਿਸ਼ਵ ਯੁੱਧਾਂ ਤੋਂ ਬਾਅਦ UNO ਦੀ ਸਥਾਪਨਾ ਹੋਈ, ਭਾਰਤ UNO ਦਾ ਮੈਂਬਰ ਹੈ, ਭਾਰਤ UNO ਦਾ ਸਾਥ ਦਿੰਦਾ ਹੈ, ਭਾਰਤ ਨੇ ਹਮੇਸ਼ਾ UNO ਦੇ ਕਹਿਣਾ ਮੰਨਿਆ, ਭਾਰਤ ਹਮੇਸ਼ਾ UNO ਦੇ ਦਿੱਤੇ ਹੋਏ ਅਸੂਲਾਂ ਉੱਤੇ ਚੱਲਿਆ। ਕੁਛ ਤਾਂ ਲਿਖੋ, ਇੱਕ ਪੈਰਾ ਤਾਂ ਲਿਖੋ। ਅਗਲਾ ਬੰਦਾ ਤੁਹਾਨੂੰ ਨਾ ਸਹੀ ਹੈਡਿੰਗਾਂ ਦੇ ਨੰਬਰ 6 ਦੇ ਵਿੱਚੋਂ 2 ਨੰਬਰ ਤਾਂ ਦੇਗਾ, 3 ਤਾਂ ਦਊ। ਇਸ ਕਰਕੇ ਮੇਰੀ ਬਾਰ-ਬਾਰ ਬੱਚਿਆਂ ਅੱਗੇ ਇੱਕ ਰਿਕੁਐਸਟ ਹੁੰਦੀ ਹੈ ਕਿ ਬੱਚੇ ਕਨਸੈਪਟ ਨੂੰ ਸੁਣੋ। ਇਹ ਨਹੀਂ ਹੈ ਕਿ ਤੁਹਾਡੇ ਦਿਮਾਗ ਨਹੀਂ ਹੈ, ਤੁਹਾਡੇ ਦਿਮਾਗ ਬੇਟੇ ਬਹੁਤ ਜ਼ਿਆਦਾ ਦਿਮਾਗ ਨੇ। ਸਿਰਫ ਇਹ ਹੈ ਕਿ ਉਹਨਾਂ ਦਿਮਾਗਾਂ ਦੇ ਵਿੱਚ, ਹੁਣ ਮੈਂ ਆਪਣੀ ਬੇਟੀ ਨੂੰ ਵੀ ਕਈ ਵਾਰ ਦੇਖਦੀ ਹਾਂ, ਅੱਜ ਕੱਲ ਤੁਹਾਨੂੰ ਬੱਚਿਆਂ ਨੂੰ ਗਾਣਿਆਂ ਦੀ ਇੱਕ ਲਾਈਨ, ਇੱਕ ਵਰਡ ਯਾਦ ਹੈ, ਇੰਨੇ ਤੇਜ਼ ਗਾਣੇ ਆ। ਜੇ ਤੁਹਾਨੂੰ ਉਹ ਯਾਦ ਹੋ ਸਕਦਾ ਤਾਂ ਤੁਹਾਨੂੰ ਕਨਸੈਪਟ ਤਾਂ ਸਮਝ ਆ ਸਕਦਾ। ਤੁਹਾਨੂੰ ਅੱਜ ਕੱਲ ਸਭ ਕੁਝ ਪਤਾ ਹੈ, ਇਸ ਕਰਕੇ ਤੁਸੀਂ ਇਸ ਕਨਸੈਪਟ ਨੂੰ ਸਮਝੋ ਵੀ ਇਹ ਇਸ ਕੁਐਸਚਨ ਦੇ ਵਿੱਚ ਇਸ ਟੌਪਿਕ 'ਚ ਹੈ ਕੀ। ਮੇਰੀ ਗੱਲ ਸਮਝ ਆ ਗਈ? ਹੁਸ਼ਿਆਰ ਬੱਚੇ ਬਹੁਤ, ਜਿਨ੍ਹਾਂ ਨੇ ਬੁੱਕਸ ਵੀ ਪੜ੍ਹ ਲੈਣਾ, ਮੇਰਾ ਲੈਸਨ ਵੀ ਸੁਣ ਲੈਣਾ। ਮੇਰਾ ਜਦੋਂ ਵੀ ਤੁਸੀਂ ਲੈਕਚਰ ਸੁਣਿਆ ਕਰੋ, ਜਿਸ ਟੌਪਿਕ ਦਾ ਸੁਣਿਆ ਕਰੋ, ਉਹਨੂੰ ਸਟਾਪ ਕਰਕੇ ਹੌਲੀ ਹੌਲੀ ਪਹਿਲਾਂ ਉਹਨੂੰ ਇੱਕ ਵਾਰੀ ਮੇਰਾ ਸੁਣ ਲਿਆ ਕਰੋ, ਫਿਰ ਕਿਤਾਬ 'ਚੋਂ ਪੜ੍ਹ ਲਿਆ ਕਰੋ। ਹੋ ਸਕੇ ਜਿਹਨੇ ਨੰਬਰ ਬਹੁਤ ਵਧੀਆ ਲੈਣੇ ਆ ਜਾਂ ਜਿਹਦੇ ਅੰਦਰ ਪੜ੍ਹਨ ਦੀ ਆਸ ਹੈ, ਉਹ ਹੋ ਸਕੇ ਤਾਂ ਕੁਐਸਚਨ ਨੂੰ ਆਪਣੇ ਵਰਡਸ ਵਿੱਚ ਵੀ ਲਿਖ ਕੇ ਦੇਖੋ। ਮੇਰੇ ਕੋਲ ਬੜੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਆਉਂਦਾ ਹੈ ਪਰ ਲਿਖਣਾ ਨਹੀਂ ਆਉਂਦਾ, ਲਿਖਣ ਵੇਲੇ 0 ਹੋ ਜਾਂਦੇ ਨੇ। ਸੋ ਲਿਖ ਕੇ ਦੇਖੋ ਵੀ ਕੀ ਇਹਦੇ 'ਚ ਹੈ। ਛੋਟੇ-ਛੋਟੇ ਪੁਆਇੰਟ ਬਣਾ ਲਿਆ ਕਰੋ, ਛੋਟੇ ਪੁਆਇੰਟ 1 2 3 4 ਬਿੰਦੀ ਪਾ ਕੇ ਪੁਆਇੰਟ ਬਣਾ ਕੇ। ਹੁਣ ਵਿਸ਼ਵੀਕਰਨ ਬਾਰੇ ਜਿੰਨਾ ਕੁਝ ਤੁਹਾਨੂੰ ਪਤਾ ਲੱਗ ਜਾਏਗਾ ਨਾ, ਜਿਹੜੀਆਂ ਗੱਲਾਂ ਤੁਹਾਨੂੰ ਸਮਝ ਆ ਗਈਆਂ, ਉਹਦੇ ਘੱਟੋ ਘੱਟ 20-25 ਪੁਆਇੰਟ ਛੋਟੇ 20-25 ਲਾਈਨਾਂ ਲਿਖ ਕੇ ਰੱਖ ਲਿਓ, ਜਿਹੜਾ ਮਰਜ਼ੀ ਕੁਐਸਚਨ ਆਇਆ ਉਹਦੇ 'ਚ ਫਿੱਟ ਕਰਿਆ। ਠੀਕ ਹੈ, ਬਾਕੀ ਬੇਟੇ ਜਿੰਨਾ ਗੁੜ ਪਾਈ ਜਾਂਗੇ ਉਨਾ ਮਿੱਠਾ ਹੋਏਗਾ, ਜਿੰਨਾ ਕੋਈ ਬੱਚਾ ਪੜ੍ਹੇਗਾ ਉਹਨੂੰ ਓਨਾ ਆਏਗਾ। ਠੀਕ, ਅੱਗੇ ਹੁਣ ਅਸੀਂ ਕਰਨਾ, ਹੁਣ ਮੈਨੂੰ ਪਹਿਲਾਂ ਇਹ ਦੱਸ ਦਿਓ ਕਿ ਅਗਲਾ ਜਿਹੜਾ ਹੈ ਉਹ ਮੈਂ ਟਾਈਮ ਕਿੰਨਾ ਹੋ ਗਿਆ। ਮੈਂ ਅਗਲਾ ਵਿਸ਼ਵੀਕਰਨ ਦੇ ਗੁਣ ਤੇ ਔਗਣ ਕਰਾਣੇ ਆ, ਅੱਜ ਕਰਾਵਾਂ ਕਿ ਅਗਲੀ ਕਲਾਸ 'ਚ ਕਰਾਵਾਂ? 9:45 ਹੋ ਗਈ। 9:45 ਹੋ ਗਏ, ਅਗਲੀ ਕਲਾਸ 'ਚ ਕਰ ਲਈਏ ਫਿਰ ਅਸੀਂ। ਠੀਕ ਹੈ, ਹਾਂਜੀ।
ਤੁਹਾਡੇ ਸੌਣ ਦਾ ਟਾਈਮ ਵੀ ਹੋ ਗਿਆ, ਠੀਕ ਹੈ। ਨੈਕਸਟ ਕਲਾਸ ਦੇ ਵਿੱਚ ਮੈਂ ਇਹ ਵਾਲੀ ਜਿਹੜੀ ਅੱਜ ਦੀ ਕਲਾਸ ਹੈ ਇਹ ਵੀ ਮੈਂ YouTube ਤੇ ਪਾ ਦਾਂਗੀ। ਇਹਦਾ ਨਾਮ ਦੇਵਾਂਗੇ ਇੰਡੀਆ ਐਂਡ ਗਲੋਬਲਾਈਜੇਸ਼ਨ ਵਿਸ਼ਵੀਕਰਨ ਪਾਰਟ 2। ਉਸ ਤੋਂ ਬਾਅਦ ਕੱਲ ਮੈਂ ਕਲਾਸ ਨਹੀਂ ਲਵਾਂਗੀ ਬੇਟੇ, ਠੀਕ ਹੈ। ਕੱਲ ਜੇ ਮੈਂ ਸੰਡੇ ਲੈਣੀ ਹੋਈ ਰਾਤ ਨੂੰ ਤਾਂ ਮੈਂ ਮੈਸੇਜ ਪਾਵਾਂਗੀ, ਟੀਚਮੈਂਟ ਤੇ ਵੀ ਪਾਵਾਂਗੀ ਤੇ ਤੁਹਾਡੇ ਗਰੁੱਪ 'ਚ ਵੀ ਪਾਵਾਂਗੀ, ਅਦਰਵਾਈਜ਼ ਕੱਲ ਕਲਾਸ ਨਹੀਂ ਹੋਏਗੀ। ਤੀਸਰੀ ਕਲਾਸ ਦੇ ਵਿੱਚ ਗਲੋਬਲਾਈਜੇਸ਼ਨ ਵਾਲਾ ਚੈਪਟਰ ਮੈਂ ਖਤਮ ਕਰਕੇ ਗਲੋਬਲਾਈਜੇਸ਼ਨ ਦੇ ਗੁਣ ਅਤੇ ਔਗਣ, ਲਾਭ ਅਤੇ ਹਾਨੀਆਂ, ਇਹ ਅਸੀਂ ਥਰਡ ਇਹਦੇ ਵਿੱਚ ਕਰਾਂਗੇ, ਠੀਕ ਹੈ। ਤੁਸੀਂ ਬੁੱਕਸ ਵਿੱਚੋਂ ਵੀ ਪੜ੍ਹ ਲੈਣਾ ਹੈ ਤੇ ਹੋ ਸਕੇ ਤਾਂ ਆਪਣੇ ਨੋਟਸ ਵੀ ਪ੍ਰਿਪੇਅਰ ਕਰ ਲਓ। ਬਾਕੀ ਜਿਹੜੇ ਤੁਹਾਡੇ ਟੌਪਿਕ ਹੈ, ਸ਼੍ਰੀਲੰਕਾ ਹੈ, ਬੰਗਲਾਦੇਸ਼ ਹੈ, ਨੇਪਾਲ, ਜਿਹੜੇ ਵੀ ਤੁਹਾਡੇ ਟੌਪਿਕ ਨੇ, ਇਹ ਸਾਰੇ ਟੌਪਿਕ ਜਿਹੜੇ ਹੈ ਇਹ ਮੈਂ ਤੁਹਾਡੀ ਇੱਕ ਇੱਕ ਕਰਕੇ ਕਰਾ ਦਾਂਗੀ। ਜਿਹੜੇ ਹਿਊਮਨ ਰਾਈਟਸ ਵਾਲਾ ਇਹ ਵੀ ਬੇਟੇ ਮੈਂ ਕੋਸ਼ਿਸ਼ ਕਰਾਂਗੀ ਜਲਦੀ YouTube ਦੇ ਉੱਤੇ ਪਾ ਦਾਂਗੇ, ਠੀਕ ਹੈ। ਥੈਂਕ ਯੂ ਵੈਰੀ ਮਚ।